ਪੰਜਾਬ ਭਰ ਦੇ तमाम +2 ਜਮਾਤ ਦੇ ਵਿਦਿਆਰਥੀ ਜਿਹੜੇ ਕਿ ਪੋਲੀਟੀਕਲ ਸਾਇੰਸ ਦਾ ਵਿਸ਼ਾ ਪੜ੍ਹ ਰਹੇ ਹਨ ਉਹਨਾਂ ਨੂੰ ਅਤੇ ਉਹਨਾਂ ਨੂੰ ਪੜ੍ਹਾਉਣ ਵਾਲੇ ਲੈਕਚਰਰ ਸਾਹਿਬਾਨ ਅਧਿਆਪਕ ਸਾਹਿਬਾਨ ਨੂੰ ਜਸਪ੍ਰੀਤ ਕੌਰ ਲੈਕਚਰਰ ਪੋਲੀਟੀਕਲ ਸਾਇੰਸ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੇਟੇ ਅੱਜ ਦਾ ਵਿਸ਼ਾ ਹੈ ਦਲ ਪ੍ਰਣਾਲੀ ਭਾਗ 2। ਭਾਗ 2 ਮੈਂ ਇਸ ਦੇ ਵਿੱਚ ਕਿਉਂ ਲਿਖਿਆ ਹੈ, ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਤੋਂ ਪਹਿਲਾਂ ਅਸੀਂ ਪਾਰਟੀ ਸਿਸਟਮ ਜਾਂ ਦਲ ਪ੍ਰਣਾਲੀ ਦੇ ਵਿੱਚ ਹੇਠ ਲਿਖੇ ਵਿਸ਼ੇ ਪੜ੍ਹ ਚੁੱਕੇ ਹਾਂ, ਜਿਸ ਦੇ ਵਿੱਚ ਅਸੀਂ ਪੜ੍ਹਿਆ ਹੈ ਪਾਰਟੀ ਸਿਸਟਮ ਦਾ ਅਰਥ ਕਿ ਪਾਰਟੀ ਸਿਸਟਮ ਕਿਸ ਨੂੰ ਕਿਹਾ ਜਾਂਦਾ ਹੈ, ਪਾਰਟੀ ਦਾ ਮਤਲਬ ਕੀ ਹੁੰਦਾ ਹੈ। ਇਸ ਨਾਲ ਸੰਬੰਧਿਤ ਪਰਿਭਾਸ਼ਾਵਾਂ ਵੱਖ-ਵੱਖ ਵਿਦਵਾਨਾਂ ਨੇ ਆਪਣੀਆਂ ਕਿਹੜੀਆਂ ਪਰਿਭਾਸ਼ਾਵਾਂ ਦਿੱਤੀਆਂ ਹਨ ਪਾਰਟੀ ਸਿਸਟਮ ਦੇ ਬਾਰੇ, ਇਹਨਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਰਾਜਨੀਤਿਕ ਦਲਾਂ ਦੇ ਨਿਰਮਾਣ ਦੇ ਆਧਾਰ ਕਿਹੜੇ ਆਧਾਰ ਲੈ ਕੇ ਰਾਜਨੀਤਿਕ ਪਾਰਟੀਆਂ ਬਣੀਆਂ ਹਨ। ਕਈ ਪਾਰਟੀਆਂ ਦਾ ਆਧਾਰ ਸਮਾਜਿਕ ਹੁੰਦਾ ਹੈ, ਕਈ ਪਾਰਟੀਆਂ ਦਾ ਆਧਾਰ ਆਰਥਿਕ ਹੁੰਦਾ ਹੈ ਅਤੇ ਕਈ ਪਾਰਟੀਆਂ ਦਾ ਜਿਹੜਾ ਆਧਾਰ ਹੈ ਉਹ ਮਨੋਵਿਗਿਆਨਿਕ ਜਾਂ ਰਾਜਨੀਤਿਕ ਹੁੰਦਾ ਹੈ। ਸੋ ਇਹ ਜਿਹੜੇ 4 ਵਿਸ਼ੇ ਨੇ ਇਹ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਅੱਜ ਅਸੀਂ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹਾਂ ਜਿਸ ਨੂੰ ਆਪਾਂ ਪੜ੍ਹਨਾ ਹੈ। ਇਸ ਦੇ ਵਿੱਚ ਅਸੀਂ ਪੜ੍ਹਾਂਗੇ ਦਲ ਪ੍ਰਣਾਲੀ ਦੀਆਂ ਕਿਸਮਾਂ, ਦੋ ਦਲੀ ਪ੍ਰਣਾਲੀ ਦਾ ਅਰਥ, ਉਸ ਦੇ ਗੁਣ ਅਤੇ ਔਗਣ, ਬਹੁਦਲੀ ਪ੍ਰਣਾਲੀ ਦਾ ਅਰਥ ਅਤੇ ਉਸ ਦੇ ਗੁਣ ਔਗਣ। ਸਭ ਤੋਂ ਪਹਿਲਾਂ ਬੇਟੇ ਅਸੀਂ ਪੜ੍ਹਾਂਗੇ ਕਿ ਦਲ ਪ੍ਰਣਾਲੀ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ। ਇਸ ਵਿੱਚ ਅਸੀਂ 1 ਨੰਬਰ ਦਾ ਕੁਐਸਚਨ ਹੈ ਕਿ ਦਲ ਪ੍ਰਣਾਲੀ ਦੀਆਂ 3 ਕਿਸਮਾਂ ਹੁੰਦੀਆਂ ਹਨ, ਇੱਕ ਦਲੀ ਪ੍ਰਣਾਲੀ, ਦੋ ਦਲੀ ਪ੍ਰਣਾਲੀ ਅਤੇ ਬਹੁਦਲੀ ਪ੍ਰਣਾਲੀ। ਇੱਕ ਦਲੀ ਪ੍ਰਣਾਲੀ ਜਿਹੜੀ ਕਿ ਚੀਨ ਅਤੇ ਕਿਊਬਾ ਦੇ ਵਿੱਚ ਹੈ, ਦੋ ਦਲੀ ਪ੍ਰਣਾਲੀ ਅਮਰੀਕਾ ਅਤੇ ਇੰਗਲੈਂਡ ਵਿੱਚ ਹੈ। ਜਿਵੇਂ ਕਿ ਤੁਸੀਂ ਹੁਣੇ ਪਿਛਲੇ ਹਫ਼ਤੇ ਇਲੈਕਸ਼ਨ ਹੋ ਕੇ ਹਟੀਆਂ ਨੇ ਅਮਰੀਕਾ ਦੀਆਂ, ਸਾਰਾ ਜਿਹੜਾ ਸੰਸਾਰ ਹੈ ਉਹ ਇਹਨਾਂ ਚੋਣਾਂ ਵੱਲ ਬੜੇ ਗੌਰ ਨਾਲ ਦੇਖ ਰਿਹਾ ਸੀ। ਅਮਰੀਕਾ ਦੇ ਵਿੱਚ ਦੋ ਦਲੀ ਪ੍ਰਣਾਲੀ ਹੈ ਅਤੇ ਇੰਗਲੈਂਡ ਦੇ ਵਿੱਚ ਬਹੁਦਲੀ ਪ੍ਰਣਾਲੀ। ਆਪਣਾ ਦੇਸ਼ ਭਾਰਤ ਹੈ, ਭਾਰਤ ਦੇ ਵਿੱਚ ਅਤੇ ਫਰਾਂਸ ਦੇ ਵਿੱਚ ਬਹੁਦਲੀ ਪ੍ਰਣਾਲੀ ਪਾਈ ਜਾਂਦੀ ਹੈ। ਸੋ ਬੇਟੇ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਦੇਖਣਾ ਹੈ ਕਿ ਦਲ ਪ੍ਰਣਾਲੀ ਦੀਆਂ ਕਿੰਨੀਆਂ ਕਿਸਮਾਂ ਹਨ, ਤਾਂ ਤੁਸੀਂ ਲਿਖੋਗੇ ਦਲ ਪ੍ਰਣਾਲੀ ਦੀਆਂ 3 ਕਿਸਮਾਂ ਹਨ। ਜੇ ਤੁਹਾਨੂੰ 2 ਨੰਬਰ ਦਾ ਕੁਐਸਚਨ ਆਉਂਦਾ ਹੈ ਕਿ ਇਸ ਨੂੰ ਡਿਟੇਲ 'ਚ ਲਿਖੋ ਤਾਂ ਤੁਸੀਂ ਇਸ ਦੇ ਨਾਲ ਇੱਕ ਦਲੀ ਪ੍ਰਣਾਲੀ ਦੇ ਜਿਹੜੇ ਦੇਸ਼ ਨੇ ਉਹਨਾਂ ਬਾਰੇ ਲਿਖ ਸਕਦੇ ਹੋ, ਦੋ ਦਲੀ ਪ੍ਰਣਾਲੀ ਦੇ ਦੇਸ਼ਾਂ ਬਾਰੇ ਲਿਖ ਸਕਦੇ ਹੋ ਅਤੇ ਬਹੁਦਲੀ ਪ੍ਰਣਾਲੀ ਦੇ ਦੇਸ਼ਾਂ ਬਾਰੇ ਲਿਖ ਸਕਦੇ ਹੋ। ਅੱਜ ਅਸੀਂ ਪੜ੍ਹਾਂਗੇ ਦੋ ਦਲੀ ਪ੍ਰਣਾਲੀ ਅਤੇ ਬਹੁਦਲੀ ਪ੍ਰਣਾਲੀ ਦਾ ਅਰਥ ਅਤੇ ਇਸ ਦੇ ਗੁਣ ਅਤੇ ਔਗਣ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਦੋ ਦਲੀ ਪ੍ਰਣਾਲੀ। ਦੋ ਦਲੀ ਪ੍ਰਣਾਲੀ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਹੈ, ਜਿਨ੍ਹਾਂ ਦੇਸ਼ਾਂ ਦੇ ਵਿੱਚ 2 ਸਕ੍ਰਿਏ ਐਕਟਿਵ ਪਾਰਟੀਆਂ ਹੁੰਦੀਆਂ ਹਨ, ਇੱਕ ਜਿੱਤ ਜਾਂਦੀ ਹੈ, ਦੂਸਰੀ ਓਪੋਜੀਸ਼ਨ ਦਾ ਰੋਲ ਪਲੇ ਕਰਦੀ ਹੈ, ਫਿਰ ਦੂਸਰੀ ਜਿੱਤ ਜਾਂਦੀ ਹੈ ਜਾਂ ਪਹਿਲੀ ਵਾਲੀ ਹੈ ਉਹ ਓਪੋਜੀਸ਼ਨ ਪਾਰਟੀ ਦਾ ਰੋਲ ਕਰਦੀ ਹੈ। ਵਾਇਸਾ ਵਰਸਾ ਦੋਨੇ ਜਿਹੜੀਆਂ ਪਾਰਟੀਆਂ ਨੇ ਇੱਕ ਸਰਕਾਰ ਬਣਾਉਂਦੀ ਹੈ ਅਤੇ ਇੱਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਹੈ। ਇਸ ਨੂੰ ਆਪਾਂ ਕਹਿੰਦੇ ਹਾਂ ਦੋ ਦਲੀ ਪ੍ਰਣਾਲੀ। ਇਹ ਦੋ ਦਲੀ ਪ੍ਰਣਾਲੀ ਜਿਵੇਂ ਕਿ ਤੁਸੀਂ 2 ਫਲੈਗ ਦੇਖ ਰਹੇ ਹੋ 2 ਕੰਟਰੀਜ਼ ਦੇ, ਅਮਰੀਕਾ ਅਤੇ ਇੰਗਲੈਂਡ। ਜਿਸ ਦੇਸ਼ ਵਿੱਚ 2 ਪ੍ਰਮੁੱਖ ਦਲ ਹੋਣ ਅਤੇ ਕਦੇ ਇੱਕ ਪਾਰਟੀ ਸਰਕਾਰ ਬਣਾਵੇ ਕਦੇ ਦੂਜੀ, ਉੱਥੇ ਦੋ ਦਲੀ ਪ੍ਰਣਾਲੀ ਹੁੰਦੀ ਹੈ। ਇੰਗਲੈਂਡ ਵਿੱਚ ਰੂੜੀਵਾਦੀ ਦਲ ਜਿਹਨੂੰ ਬੇਟੇ ਆਪਾਂ ਕੰਜ਼ਰਵੇਟਿਵ ਪਾਰਟੀ ਵੀ ਬੋਲਦੇ ਹਾਂ ਅਤੇ ਮਜ਼ਦੂਰ ਦਲ ਲੇਬਰ ਪਾਰਟੀ 2 ਪ੍ਰਮੁੱਖ ਦਲ ਹਨ। ਅਮਰੀਕਾ ਦੇ ਵਿੱਚ ਰਿਪਬਲਿਕ ਐਂਡ ਡੈਮੋਕ੍ਰੈਟਿਕ 2 ਵੱਡੇ ਦਲ ਹਨ। ਹੋਰ ਛੋਟੇ ਦਲ ਵੀ ਹੋ ਸਕਦੇ ਹਨ, ਇਹ ਨਹੀਂ ਹੈਗੇ ਕਿ ਛੋਟੇ ਦਲ ਹੋਣਗੇ ਹੀ ਨਹੀਂ, ਛੋਟੇ ਦਲ ਹੁੰਦੇ ਹਨ ਪਰ ਉਹ ਇੰਨਾ ਐਕਟਿਵਲੀ ਪਾਰਟਿਸਪੇਸ਼ਨ ਜਿਹੜੀ ਹੈ ਉਹ ਨਹੀਂ ਕਰਦੇ, ਉਹ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਹੁੰਦੇ। ਜਿਸ ਨੂੰ ਬਹੁਮਤ ਮਿਲਦਾ ਹੈ ਉਹ ਸਰਕਾਰ ਬਣਾਉਂਦਾ ਹੈ ਅਤੇ ਦੂਜਾ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਪਿਛਲੇ ਹਫ਼ਤੇ ਅਮਰੀਕਾ ਦੇ ਵਿੱਚ ਜਿਹੜੇ ਡੋਨਲਡ ਟਰੰਪ ਸੀਗੇ ਉਹਨਾਂ ਨੂੰ ਬਹੁਮਤ ਪ੍ਰਾਪਤ ਨਹੀਂ ਹੋ ਸਕਿਆ, ਜਿਹੜੇ ਕਿ ਰਿਪਬਲਿਕਨ ਪਾਰਟੀ ਦੇ ਮੈਂਬਰ ਸੀਗੇ ਜਾਂ ਕਹਿ ਲਓ ਕਿ ਪ੍ਰਮੁੱਖ ਸੀਗੇ, ਨੇਤਾ ਸੀਗੇ। ਅਤੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਜੋ ਬਾਈਡਨ ਨੇ ਜਿਹੜੇ ਹੁਣ ਨਵੇਂ ਬਣੇ ਨੇ, ਜਿਨ੍ਹਾਂ ਦੇ ਵਿੱਚ ਉਪ ਰਾਸ਼ਟਰਪਤੀ ਆਪਣੇ ਕਮਲਾ ਹੈਰਿਸ, ਜਿਨ੍ਹਾਂ ਨੂੰ ਕਿ ਆਪਾਂ ਭਾਰਤ ਦੇ ਆਪਣੇ ਜੰਮੇ ਸ਼ਾਇਦ ਉਹ ਬਾਹਰ ਨੇ ਲੇਕਿਨ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਭਾਰਤ ਦਾ ਹੈ। ਉਹਨਾਂ ਦੇ ਮਾਤਾ ਜਿਹੜੇ ਸੀਗੇ ਉਹ ਭਾਰਤ ਦੇ ਤਾਮਿਲਨਾਡੂ ਨਾਲ ਸੰਬੰਧ ਰੱਖਦੇ ਸੀਗੇ। ਸੋ ਦੋ ਦਲੀ ਪ੍ਰਣਾਲੀ ਜਿਹੜੀ ਕਿ ਅਮਰੀਕਾ ਅਤੇ ਇੰਗਲੈਂਡ ਦੇ ਵਿੱਚ ਪਾਈ ਜਾਂਦੀ ਹੈ। ਇਸ ਦੇ ਵਿੱਚ ਅੱਗੇ ਆਪਾਂ ਪੜਾਂਗੇ ਕਿ ਦੋ ਦਲੀ ਪ੍ਰਣਾਲੀ ਦੇ ਗੁਣ ਕਿਹੜੇ ਹਨ। ਜਿਨ੍ਹਾਂ ਦੇਸ਼ਾਂ ਦੇ ਵਿੱਚ ਦੋ ਦਲੀ ਪ੍ਰਣਾਲੀ ਪਾਈ ਜਾਂਦੀ ਹੈ ਉੱਥੇ ਸਰਕਾਰ ਬਣਾਉਣਾ ਬਹੁਤ ਆਸਾਨ ਹੁੰਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਪਿਛਲੇ ਹਫ਼ਤੇ ਅਮਰੀਕਾ ਦੇ ਵਿੱਚ ਜਿਹੜੇ ਡੋਨਲਡ ਟਰੰਪ ਸੀਗੇ ਉਹਨਾਂ ਨੂੰ ਬਹੁਮਤ ਪ੍ਰਾਪਤ ਨਹੀਂ ਹੋ ਸਕਿਆ, ਜਿਹੜੇ ਕਿ ਰਿਪਬਲਿਕਨ ਪਾਰਟੀ ਦੇ ਜੋ ਬਾਈਡਨ ਨੇ ਜਿਹੜੇ ਹੁਣ ਨਵੇਂ ਬਣੇ ਨੇ, ਜਿਨ੍ਹਾਂ ਨੂੰ ਕਿ ਆਪਾਂ ਭਾਰਤ ਦੇ ਆਪਣੇ
ਜਦੋਂ ਸਾਡੇ ਕੋਲ ਚੋਇਸਿਸ ਬਹੁਤ ਘੱਟ ਹੋਣ, ਜਦੋਂ ਸਾਡੇ ਕੋਲ ਆਪਸ਼ਨਸ ਬਹੁਤ ਘੱਟ ਹੋਣ, ਸਿਰਫ 2 ਚੋਇਸਿਸ ਨੇ, ਉੱਥੇ ਅਸੀਂ ਇੱਕ ਨੂੰ ਵੋਟ ਪਾਵਾਂਗੇ ਤੇ ਇੱਕ ਨੂੰ ਵੋਟ ਨਹੀਂ ਪਾਵਾਂਗੇ। ਇੱਕ ਦੇ ਕੰਮ ਸਾਨੂੰ ਚੰਗੇ ਲੱਗਣਗੇ, ਦੂਸਰੇ ਦੇ ਕੰਮ ਨੂੰ ਅਸੀਂ ਪਸੰਦ ਨਹੀਂ ਕਰਾਂਗੇ। ਜੋ ਦਲ ਲੋਕਾਂ ਦੀਆਂ ਭਾਵਨਾਵਾਂ ਸਮਝਣ ਵਿੱਚ ਸਫਲ ਹੁੰਦੇ ਹਨ, ਲੋਕ ਉਹਨਾਂ ਨੂੰ ਵੋਟਾਂ ਪਾਉਂਦੇ ਹਨ। ਉਸੇ ਦਲ ਦੀ ਸਰਕਾਰ ਬਣਦੀ ਹੈ ਅਤੇ ਜਿਹੜੀ ਦੂਸਰੀ ਪਾਰਟੀ ਹੈ ਉਹ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਹੈ। ਸੋ ਇਹ ਪਹਿਲਾ ਗੁਣ ਹੈ ਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ 2 ਦਲੀ ਪ੍ਰਣਾਲੀ ਪਾਈ ਜਾਂਦੀ ਹੈ, ਉੱਥੇ ਸਰਕਾਰ ਦਾ ਬਣਾਉਣਾ ਬਹੁਤ ਹੀ ਆਸਾਨ ਹੁੰਦਾ ਹੈ। ਉਸ ਤੋਂ ਬਾਅਦ ਹੈ ਜ਼ਿੰਮੇਵਾਰੀ ਨਿਸ਼ਚਿਤ ਕਰਨੀ ਸੌਖੀ। ਬੇਟੇ ਤੁਹਾਨੂੰ ਪਤਾ ਹੈ ਕਿ ਹਰ ਦੇਸ਼ ਦੇ ਵਿੱਚ, ਹਰ ਪਰਿਵਾਰ ਦੇ ਵਿੱਚ, ਹਰ ਸੰਸਥਾ ਦੇ ਵਿੱਚ ਜਿੰਨੀ ਦੇਰ ਤੱਕ ਅਸੀਂ ਕਿਸੇ ਧਿਰ ਦੀ ਜ਼ਿੰਮੇਵਾਰੀ ਨਿਸ਼ਚਿਤ ਨਹੀਂ ਕਰਾਂਗੇ, ਸਾਨੂੰ ਉਹਦੇ ਰਿਜ਼ਲਟ ਵਧੀਆ ਨਹੀਂ ਮਿਲ ਸਕਦੇ। ਜੇਕਰ ਅਸੀਂ ਕਲਾਸ ਦੇ ਵਿੱਚ ਵੀ ਬੱਚਿਆਂ ਨੂੰ ਇਹ ਗੱਲ ਕਹਿ ਦਈਏ ਕਿ ਬੇਟੇ ਤੁਸੀਂ ਕੱਲ ਆਹ ਚਾਰਟ ਬਣਾ ਕੇ ਲਿਆਣੇ ਨੇ, ਤਾਂ ਕੋਈ ਵੀ ਬੱਚਾ ਸ਼ਾਇਦ ਨਹੀਂ ਬਣਾ ਕੇ ਲਿਆਏਗਾ। ਹਾਂ, ਕੋਈ ਬੱਚੇ ਹੁੰਦੇ ਨੇ ਜਿਹੜੇ ਸੈਲਫ ਰਿਸਪੌਂਸਿਬਲ ਹੁੰਦੇ ਨੇ, ਉਹ ਆਪਣੇ ਆਪ ਹੀ ਆਪਣਾ ਕੰਮ ਕਰ ਲੈਣਗੇ। ਪਰ ਲੇਕਿਨ ਜੇਕਰ ਅਸੀਂ ਜ਼ਿੰਮੇਵਾਰੀ ਨਿਸ਼ਚਿਤ ਕਰ ਦੇਵਾਂ ਕਿ ਹਾਂਜੀ ਕਿ ਬੇਟਾ ਤੁਸੀਂ ਇਸ ਟੌਪਿਕ ਤੇ ਚਾਰਟ ਬਣਾ ਕੇ ਲਿਆਉਣਾ ਹੈ, ਤੁਸੀਂ ਇਸ ਟੌਪਿਕ ਤੇ ਚਾਰਟ ਬਣਾ ਕੇ ਲਿਆਉਣਾ ਹੈ, ਤਾਂ ਸਾਨੂੰ ਜਿਹੜੇ ਰਿਜ਼ਲਟ ਨੇ ਉਹ ਸੁਖਾਵੇਂ ਮਿਲਦੇ ਹਨ, ਸਾਨੂੰ ਵਧੀਆ ਰਿਜ਼ਲਟ ਮਿਲਦੇ ਹਨ। ਸੋ ਇਸੇ ਤਰੀਕੇ ਨਾਲ ਜਿਹੜੀ 2 ਦਲੀ ਪ੍ਰਣਾਲੀ ਹੈ ਉਹਦੇ ਵਿੱਚ ਜ਼ਿੰਮੇਵਾਰੀ ਨਿਸ਼ਚਿਤ ਕਰਨੀ ਸੌਖੀ ਹੁੰਦੀ ਹੈ। 2 ਦਲੀ ਪ੍ਰਣਾਲੀ ਵਿੱਚ ਚੰਗੇ ਅਤੇ ਮਾੜੇ ਕੰਮਾਂ ਦੇ ਆਧਾਰ ਤੇ ਜ਼ਿੰਮੇਵਾਰੀ ਨਿਸ਼ਚਿਤ ਕਰਨੀ ਸੌਖੀ ਹੁੰਦੀ ਹੈ। ਕਿੰਨੇ ਕਿਹੜਾ ਕੰਮ ਨਹੀਂ ਕੀਤਾ, ਕਿੰਨੇ ਕਿਹੜਾ ਕੰਮ ਕੀਤਾ ਹੈ, ਇਸ ਨੂੰ ਸਮਝਣਾ ਅਤੇ ਇਸ ਨੂੰ ਸੌਖਾ ਬਣ ਜਾਂਦਾ ਹੈ ਲੋਕਾਂ ਵਾਸਤੇ। ਜੇਕਰ ਜ਼ਿਆਦਾ ਪਾਰਟੀਆਂ ਦੀ ਸਰਕਾਰ ਹੋਵੇ ਤਾਂ ਕਿਸੇ ਇੱਕ ਦੀ ਜ਼ਿੰਮੇਵਾਰੀ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ। ਹਰ ਪਾਰਟੀ ਦੂਜੇ ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕਰਦੀ ਹੈ। 2 ਦਲੀ ਪ੍ਰਣਾਲੀ ਵਿੱਚ ਅਜਿਹੀ ਸਮੱਸਿਆ ਪੈਦਾ ਨਹੀਂ ਹੁੰਦੀ। ਇੱਕ ਧਿਰ ਨੂੰ ਪਤਾ ਹੈ ਕਿ ਜੇਕਰ ਅਸੀਂ ਲੋਕਾਂ ਦੇ ਕੰਮ ਨਹੀਂ ਕਰਾਂਗੇ, ਜੇਕਰ ਅਸੀਂ ਲੋਕਾਂ ਦੇ ਉਮੀਦਾਂ ਦੇ ਉੱਪਰ ਖਰੇ ਨਹੀਂ ਉਤਰਾਂਗੇ, ਤਾਂ ਅਗਲੀਆਂ ਚੋਣਾਂ ਦੇ ਵਿੱਚ ਲੋਕ ਸਾਨੂੰ ਵੋਟ ਨਹੀਂ ਪਾਣਗੇ। ਤੋ ਜਿਹੜੀ ਸਰਕਾਰ ਹੁੰਦੀ ਹੈ ਉਹਨੂੰ ਵੀ ਪਤਾ ਹੁੰਦਾ ਕਿ ਜੇਕਰ ਅਸੀਂ ਲੋਕਾਂ ਦੇ ਅਨੁਸਾਰ ਨੀਤੀਆਂ ਨਾ ਬਣਾਈਆਂ ਤਾਂ ਲੋਕ ਸਾਨੂੰ ਅਗਲੀ ਵਾਰੀ ਸਰਕਾਰ ਬਣਾਉਣ ਦਾ ਮੌਕਾ ਪ੍ਰਦਾਨ ਨਹੀਂ ਕਰਾਂਗੇ। ਸੋ 2 ਦਲੀ ਪ੍ਰਣਾਲੀ ਦੇ ਵਿੱਚ ਜ਼ਿੰਮੇਵਾਰੀ ਨਿਸ਼ਚਿਤ ਕਰਨੀ ਬਹੁਤ ਸੌਖੀ ਹੋ ਜਾਂਦੀ ਹੈ। ਉਸ ਤੋਂ ਨੈਕਸਟ ਪੁਆਇੰਟ ਹੈ ਸਥਿਰ ਸਰਕਾਰ। ਸਥਿਰ ਦਾ ਮਤਲਬ ਹੁੰਦਾ ਸਟੇਬਲ। ਸਰਕਾਰ ਨੂੰ ਟੈਨਸ਼ਨ ਨਹੀਂ ਹੁੰਦੀ ਕਿ ਅਸੀਂ ਆਹ ਕੰਮ ਗਲਤ ਕਰਤਾ ਤਾਂ ਅਸੀਂ ਗਿਰ ਜਾਾਂਗੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ, ਜਿਵੇਂ ਹੁਣ ਅਮਰੀਕਾ ਹੈ, ਅਮਰੀਕਾ ਦੇ ਵਿੱਚ ਜਿਹੜੀ ਵੀ ਸਰਕਾਰ ਬਣੇਗੀ ਉਹ 4 ਸਾਲਾਂ ਵਾਸਤੇ ਟੈਨਸ਼ਨ ਫਰੀ ਹੋ ਕੇ ਕੰਮ ਕਰੇਗੀ। ਕਿਉਂਕਿ ਉੱਥੋਂ ਦੇ ਸੰਵਿਧਾਨ ਦੇ ਅਨੁਸਾਰ 4 ਸਾਲ ਤੋਂ ਪਹਿਲਾਂ ਬਹੁਤ ਹੀ ਕਿਤੇ ਕੋਈ ਇੰਪੀਚਮੈਂਟ ਹੋਵੇ ਜਾਂ ਕੋਈ ਰਾਸ਼ਟਰਪਤੀ ਦੀ ਕੋਈ ਪ੍ਰੋਬਲਮ ਹੋ ਜਾਏ ਜਾਂ ਕੋਈ ਐਕਸੀਡੈਂਟਲੀ ਕੋਈ ਗੱਲ ਹੋ ਜਾਏ ਤਾਂ ਉੱਥੇ ਰਾਸ਼ਟਰਪਤੀ ਚੇਂਜ ਹੁੰਦਾ ਹੈ। ਲੇਕਿਨ ਉੱਥੇ ਕੀ ਹੁੰਦਾ ਕਿ ਰਾਸ਼ਟਰਪਤੀ 4 ਸਾਲ ਤੱਕ ਲਗਾਤਾਰ ਉਹੀ ਰਾਸ਼ਟਰਪਤੀ ਜਿਹੜਾ ਹੈ ਕੰਮ ਕਰਦਾ ਹੈ। 2 ਦਲੀ ਪ੍ਰਣਾਲੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਵਿੱਚ ਜਿਹੜੀ ਸਰਕਾਰ ਹੈ ਉਹ ਸਥਿਰ ਰਹਿੰਦੀ ਹੈ। ਉਹ ਜਿਹੜੀ ਸਰਕਾਰ ਹੈ ਉਸ ਨੂੰ ਗਿਰਨ ਦਾ ਖਤਰਾ ਨਹੀਂ ਹੁੰਦਾ। ਬਹੁਤ ਸੰਮਤੀ ਸਰਕਾਰ ਬਣਾਉਂਦੀ ਹੈ ਅਤੇ ਸਰਕਾਰ ਨੂੰ ਕੋਈ ਖਤਰਾ ਨਹੀਂ ਹੁੰਦਾ। ਵਿਰੋਧੀ ਪਾਰਟੀ ਸਰਕਾਰ ਨੂੰ ਆਸਾਨੀ ਨਾਲ ਨਹੀਂ ਗਿਰਾ ਸਕਦੀ। ਜਿਵੇਂ ਭਾਰਤ ਦੇ ਵਿੱਚ ਹੁੰਦਾ ਹੈ ਕਿ ਆਸਾਨੀ ਨਾਲ ਅਸੀਂ ਜਿਹੜੀ ਸਰਕਾਰ ਹੈ ਉਸ ਦੇ ਵਿਰੁੱਧ ਆਪਣਾ ਸੰਸਦ ਦੇ ਵਿੱਚ ਮੁਕੱਦਮਾ ਚਲਾ ਕੇ ਜਾਂ ਸੰਸਦ ਦੇ ਵਿੱਚ ਅਸੀਂ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਕਰਕੇ ਗਿਰਾ ਸਕਦੇ ਹਾਂ। ਜਿਹੜੀ 2 ਦਲੀ ਪ੍ਰਣਾਲੀ ਜਿਹੜੀ ਸਰਕਾਰ ਹੈ ਉੱਥੇ ਅਸੀਂ ਇਦਾਂ ਨਹੀਂ ਕਰ ਸਕਦੇ। ਇੰਗਲੈਂਡ ਵਿੱਚ ਜਿੱਥੇ 2 ਦਲੀ ਪ੍ਰਣਾਲੀ ਹੈ, 1870 ਤੋਂ ਲੈ ਕੇ 1934 ਤੱਕ 18 ਮੰਤਰੀ ਮੰਡਲ ਬਣੇ। ਤੁਸੀਂ ਦੇਖੋ ਕਿ 1870 ਤੋਂ ਲੈ ਕੇ 1934 ਤੱਕ ਸਿਰਫ 18 ਮੰਤਰੀ ਮੰਡਲ ਬਣੇ, ਜਦਕਿ ਇਸੇ ਸਮੇਂ ਫਰਾਂਸ ਵਿੱਚ ਜਿੱਥੇ ਬਹੁਦਲੀ ਸਰਕਾਰ ਸੀ 1870 ਤੋਂ ਲੈ ਕੇ 1934 ਤੱਕ 88 ਮੰਤਰੀ ਮੰਡਲ ਬਣੇ, ਲਗਭਗ 100 ਮੰਤਰੀ ਮੰਡਲ ਬਣੇ। ਸੋ 2 ਦਲੀ ਪ੍ਰਣਾਲੀ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਸਟੇਬਲ ਰਹਿੰਦੀ ਹੈ, ਸਥਿਰ ਰਹਿੰਦੀ ਹੈ। ਉਸ ਤੋਂ ਬਾਅਦ ਹੈ ਮਜ਼ਬੂਤ ਸਰਕਾਰ। ਜੇਕਰ ਸਰਕਾਰ ਸਥਿਰ ਹੋਵੇਗੀ, ਜਦੋਂ ਸਰਕਾਰ ਨੂੰ ਪਤਾ ਹੈ ਕਿ ਅਸੀਂ ਇੱਕ ਨਿਸ਼ਚਿਤ ਸਮੇਂ ਤੱਕ ਕੰਮ ਕਰਨਾ ਹੈ, ਤਾਂ ਉਹ ਟੈਨਸ਼ਨ ਫਰੀ ਹੋ ਕੇ ਆਪਣੀਆਂ ਪਾਲਿਸੀਜ਼ ਬਣਾਏਗੀ, ਆਪਣੀਆਂ ਪਾਲਿਸੀਜ਼ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਦੇਸ਼ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰੇਗੀ। ਜੇਕਰ ਸਰਕਾਰ ਸਥਿਰ ਹੋਵੇਗੀ ਤਾਂ ਸੁਭਾਵਿਕ ਹੈ ਕਿ ਉਹ ਮਜ਼ਬੂਤ ਵੀ ਹੋਵੇਗੀ, ਕਿਉਂਕਿ ਉਸ ਦੇ ਟੁੱਟਣ ਦਾ ਖਤਰਾ ਨਹੀਂ ਰਹਿੰਦਾ। ਸ਼ਾਸਨ ਕਰਨ ਵਾਲੀ ਪਾਰਟੀ ਬਹੁਮਤ ਅਤੇ ਨਿਡਰਤਾ ਨਾਲ ਰਾਜ ਪ੍ਰਬੰਧ ਚਲਾਉਂਦੀ ਹੈ। ਉਸ ਦੀਆਂ ਆਲੋਚਨਾਵਾਂ ਰਚਨਾਤਮਕ ਹੁੰਦੀਆਂ ਹਨ। ਰਚਨਾਤਮਕ ਕੀ ਮਤਲਬ ਹੈ ਕਿ ਜਿਹੜੀ ਵਿਰੋਧੀ ਪਾਰਟੀ ਹੈ ਉਹਨੇ ਸਰਕਾਰ ਦੀ ਕਿਸੇ ਨਾ ਕਿਸੇ ਗੱਲ ਤੇ ਆਲੋਚਨਾ ਕਰਨੀ ਹੁੰਦੀ ਹੈ, ਪਰ ਜਿਹੜੀ ਉਹ ਆਲੋਚਨਾ ਹੁੰਦੀ ਹੈ ਉਹ ਆਪਣੇ ਆਪ ਦੇ ਵਿੱਚ ਸਕਾਰਾਤਮਕ ਹੁੰਦੀ ਹੈ, ਪੋਜ਼ਿਟਿਵ ਹੁੰਦੀ ਹੈ। ਜਿਹੜਾ ਉਹਦਾ ਵੇ ਹੈ ਉਹ ਨੈਗੇਟਿਵ ਨਹੀਂ ਹੁੰਦਾ। ਉਸ ਨੂੰ ਪਤਾ ਹੁੰਦਾ ਹੈ ਕਿ ਜੇ ਉਸ ਦੀਆਂ ਨੀਤੀਆਂ ਲੋਕਾਂ ਨੂੰ ਪਸੰਦ ਨਾ ਆਈਆਂ
ਤਾਂ ਅਗਲੀਆਂ ਚੋਣਾਂ ਵਿੱਚ ਲੋਕ ਵਿਰੋਧੀ ਧਿਰ ਨੂੰ ਸਰਕਾਰ ਬਣਾਉਣ ਦਾ ਮੌਕਾ ਪ੍ਰਦਾਨ ਕਰ ਦੇਣਗੇ। ਸੋ ਬੇਟੇ ਇਹ ਗੱਲ ਬਿਲਕੁਲ ਧਿਆਨ ਰੱਖਣੀ ਹੈ ਕਿ ਜਿਹੜੀ ਦੋ ਦਲੀ ਪ੍ਰਣਾਲੀ ਹੁੰਦੀ ਹੈ ਉਹਦੇ ਵਿੱਚ ਮਜ਼ਬੂਤ ਸਰਕਾਰ ਹੁੰਦੀ ਹੈ, ਜਿਸ ਨੂੰ ਆਪਣੇ ਗਿਰਨ ਦਾ ਖਤਰਾ ਬਹੁਤ ਘੱਟ ਹੁੰਦਾ ਹੈ। ਇਸੇ ਲਈ ਉਹ ਜਿਹੜੇ ਦੇਸ਼ ਨੇ, ਜਿਨ੍ਹਾਂ ਦੇਸ਼ਾਂ ਦੇ ਵਿੱਚ ਮੈਂ ਤੁਹਾਡੀ ਗੱਲ ਕੀਤੀ ਸੀ ਅਮਰੀਕਾ ਤੇ ਇੰਗਲੈਂਡ ਦੇ ਵਿੱਚ ਦੋ ਦਲੀ ਪ੍ਰਣਾਲੀ ਹੈ, ਉਹ ਤੁਹਾਡੇ ਸਾਹਮਣੇ ਦੇਸ਼ ਨੇ ਕਿ ਉਹ ਕਿੰਨੇ ਜ਼ਿਆਦਾ ਤਰੱਕੀ ਪਸੰਦ ਨੇ ਅਤੇ ਉੱਥੇ ਜਿਹੜੀ ਸਰਕਾਰ ਹੈ ਉਹ ਲੋਕਾਂ ਦੀ ਇੱਛਾਵਾਂ ਦੇ ਅਕੋਰਡਿੰਗ ਹੀ ਕੰਮ ਕਰਦੀ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਸੰਸਦੀ ਸਰਕਾਰ ਲਈ ਲਾਭਦਾਇਕ। ਸੰਸਦੀ ਸਰਕਾਰ, ਜਿਵੇਂ ਕਿ ਤੁਸੀਂ +1 ਦੇ ਵਿੱਚ ਪੜ੍ਹਿਆ ਹੈ, ਸੰਸਦੀ ਸਰਕਾਰ ਤੋਂ ਭਾਵ ਹੈ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ ਜਿੱਥੇ ਬਹੁਤ ਗੂੜਾ ਸੰਬੰਧ ਹੁੰਦਾ ਹੈ। ਨਾਮਾਤਰ ਕਾਰਜਪਾਲਿਕਾ ਰਾਸ਼ਟਰਪਤੀ ਹੈ, ਅਸਲੀ ਕਾਰਜਪਾਲਿਕਾ ਪ੍ਰਧਾਨ ਮੰਤਰੀ ਹੈ। ਦੋ ਦਲੀ ਪ੍ਰਣਾਲੀ ਸੰਸਦੀ ਸਰਕਾਰ ਲਈ ਵਧੇਰੇ ਢੁਕਵੀਂ ਹੁੰਦੀ ਹੈ। ਇੰਗਲੈਂਡ ਦੇ ਵਿੱਚ ਸੰਸਦੀ ਸਰਕਾਰ ਹੈ। ਆਪਾਂ ਪਤਾ ਹੈ ਕਿ ਆਪਾਂ ਭਾਰਤੀਆਂ ਨੇ ਜਿਹੜੀ ਸੰਸਦੀ ਸਰਕਾਰ ਹੈ ਉਹ ਇੰਗਲੈਂਡ ਤੋਂ ਹੀ ਲਈ ਹੋਈ ਹੈ, ਕਿਉਂਕਿ ਸੰਸਦੀ ਸਰਕਾਰ ਦਲਾਂ ਉੱਤੇ ਆਧਾਰਿਤ ਹੁੰਦੀ ਹੈ। ਜਿੱਥੇ ਦੋ ਦਲ ਹੋਣਗੇ ਉੱਥੇ ਵਿਧਾਨ ਮੰਡਲ ਵਿੱਚ ਬਹੁ ਸੰਮਤੀ ਦੇ ਪ੍ਰਸ਼ਨ ਤੇ ਕਿਸੇ ਪ੍ਰਕਾਰ ਦੀ ਅਸਪਸ਼ਟਤਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਅਤੇ ਸਰਕਾਰ ਦਾ ਗਠਨ ਕਰਨਾ ਆਸਾਨ ਹੋ ਜਾਂਦਾ ਹੈ। ਜੇ ਕਿਸੇ ਵੇਲੇ ਬਹੁ ਗਿਣਤੀ ਘੱਟ ਗਿਣਤੀ ਵਿੱਚ ਬਦਲ ਜਾਵੇ, ਬਹੁ ਗਿਣਤੀ ਦਾ ਮਤਲਬ ਹੈ ਮੈਜੋਰਟੀ ਜੇਕਰ ਕਿਸੇ ਵੀ ਤਰੀਕੇ ਨਾਲ ਮਾਈਨੋਰਟੀ ਵਿੱਚ ਬਦਲ ਜਾਵੇ ਤਾਂ ਮੰਤਰੀ ਮੰਡਲ ਦੂਸਰੇ ਦਲ ਦਾ ਬਣ ਜਾਂਦਾ ਹੈ। ਸੋ ਜਿਹੜੀ ਦੋ ਦਲੀ ਪ੍ਰਣਾਲੀ ਹੈ ਸੰਸਦੀ ਸਰਕਾਰ ਦੇ ਲਈ ਬਹੁਤ ਜ਼ਿਆਦਾ ਲਾਭਦਾਇਕ ਮੰਨੀ ਜਾਂਦੀ ਹੈ। ਉਸ ਤੋਂ ਬਾਅਦ ਹੈ ਮਜ਼ਬੂਤ ਅਤੇ ਜ਼ਿੰਮੇਵਾਰ ਵਿਰੋਧੀ ਦਲ। ਬੇਟੇ ਕੋਈ ਵੀ ਦੇਸ਼, ਕੋਈ ਵੀ ਘਰ, ਕੋਈ ਵੀ ਸੰਸਥਾ ਜਿੱਥੇ ਓਪੋਜੀਸ਼ਨ ਪਾਰਟੀ ਮਜ਼ਬੂਤ ਹੈ, ਤੱਥਾਂ ਦੇ ਆਧਾਰ ਤੇ, ਤਰਕ ਦੇ ਆਧਾਰ ਤੇ, ਵਿਚਾਰਾਂ ਦੇ ਆਧਾਰ ਤੇ ਆਪਣੀ ਗੱਲ ਰੱਖਣ ਦੀ ਹਿੰਮਤ ਰੱਖਦੀ ਹੈ, ਉਹ ਦੇਸ਼ ਕਦੀ ਵੀ ਜਿਹੜੇ ਡਾਊਨ 'ਚ ਨਹੀਂ ਜਾਂਦੇ, ਡਾਊਨਫਾਲ 'ਚ ਨਹੀਂ ਜਾਂਦੇ ਹੈਗੇ। ਸੋ ਜਿੱਥੇ ਦੋ ਦਲੀ ਪ੍ਰਣਾਲੀ ਹੈ ਉੱਥੇ ਮਜ਼ਬੂਤ ਅਤੇ ਜ਼ਿੰਮੇਵਾਰ ਵਿਰੋਧੀ ਦਲ ਹੁੰਦਾ ਹੈ। ਕਿਉਂਕਿ ਜਦੋਂ ਸਰਕਾਰ ਕੋਈ ਗਲਤ ਨੀਤੀ ਬਣਾਉਂਦੀ ਹੈ ਤਾਂ ਜਿੰਨਾ ਵੀ ਦੇਸ਼ ਹੈ ਜਾਂ ਜਿਹੜੇ ਦੇਸ਼ ਦੇ ਲੋਕ ਨੇ ਉਹ ਸਾਰੇ ਵਿਰੋਧੀ ਦਲ ਵੱਲ ਦੇਖਦੇ ਨੇ ਕਿ ਹੁਣ ਇਹ ਸਾਡੇ ਨਾਲ ਕਿੱਦਾਂ ਦਾ ਬਿਹੇਵ ਕਰਨਗੇ, ਸਰਕਾਰ ਨੂੰ ਕ੍ਰਿਟਿਸਾਈਜ਼ ਕਿਸ ਤਰੀਕੇ ਨਾਲ ਕਰਨਗੇ, ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਿਸ ਤਰੀਕੇ ਨਾਲ ਕਰਨਗੇ। ਸੋ ਜਿਹੜਾ ਸਾਰਾ ਦੇਸ਼ ਹੁੰਦਾ ਹੈ ਉਹ ਵਿਰੋਧੀ ਧਿਰ ਵੱਲ ਦੇਖਦਾ ਹੈ। ਜਿਵੇਂ ਕਿ ਆਪਾਂ ਕਰੋਨਾ ਮਹਾਮਾਰੀ ਵਿੱਚ ਦੇਖਿਆ, ਆਪਾਂ ਅਮਰੀਕਾ ਵੱਲ ਦੇਖਿਆ ਹੈ, ਠੀਕ ਹੈ, ਅਤੇ ਉੱਥੇ ਸਭ ਤੋਂ ਵੱਧ ਜਿਹੜੇ ਲੋਕ ਸੀਗੇ ਉਹਨਾਂ ਦਾ ਨੁਕਸਾਨ ਹੋਇਆ, ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਤਾਂ ਉਹ ਸਾਰੇ ਜਿਹੜੇ ਲੋਕ ਸੀਗੇ ਉਹ ਆਪਣੀ ਵਿਰੋਧੀ ਪਾਰਟੀ ਵੱਲ ਦੇਖਦੇ ਸੀਗੇ ਕਿ ਜੇਕਰ ਅਸੀਂ ਇਹਨਾਂ ਨੂੰ ਵੋਟ ਪਾਈਏ ਤਾਂ ਕੀ ਇਹ ਸਾਡੇ ਦੇਸ਼ ਦੇ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨਗੇ। ਸੋ ਜਿਹੜਾ ਨਤੀਜਾ ਹੈ ਉਹ ਸਾਰਾ ਆਪਣੇ ਸਾਹਮਣੇ ਹੈ। ਇਸ ਪ੍ਰਣਾਲੀ ਵਿੱਚ ਵਿਰੋਧੀ ਦਲ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੰਮ ਕਰਦਾ ਹੈ। ਸਾਰਾ ਦੇਸ਼ ਵਿਰੋਧੀ ਪਾਰਟੀ ਦੇ ਵਿਚਾਰਾਂ ਨੂੰ ਵੀ ਧਿਆਨ ਨਾਲ ਸੁਣਦਾ ਹੈ। ਵਿਰੋਧੀ ਧਿਰ ਨੂੰ ਪਤਾ ਹੁੰਦਾ ਹੈ ਕਿ ਜੇਕਰ ਅਗਲੀਆਂ ਚੋਣਾਂ ਵਿੱਚ ਉਹਨਾਂ ਦੀ ਸਰਕਾਰ ਬਣੇਗੀ ਤਾਂ ਵਿਰੋਧੀ ਦਲ ਉਸ ਵੱਲ ਉਹੋ ਜਿਹਾ ਰਵੱਈਆ ਅਪਣਾਏਗੀ। ਵਿਰੋਧੀ ਧਿਰ ਦੀ ਆਲੋਚਨਾ ਸਕਾਰਾਤਮਕ ਹੋਣੀ ਚਾਹੀਦੀ ਹੈ। ਬੇਟੇ ਕਦੀ ਵੀ ਕਿਸੇ ਵੀ ਮੰਤਰੀ ਦੀ ਦੂਸਰੇ ਮੰਤਰੀ ਨਾਲ ਲੜਾਈ ਨਹੀਂ ਹੁੰਦੀ, ਸਗੋਂ ਵਿਚਾਰਾਂ ਦੀ ਲੜਾਈ ਹੁੰਦੀ ਹੈ। ਵਿਰੋਧੀ ਧਿਰ ਦਾ ਕੀ ਕੰਮ ਹੁੰਦਾ ਹੈ ਕਿ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਜਿਨ੍ਹਾਂ ਦਾ ਲੋਕ ਵਿਰੋਧ ਕਰਦੇ ਹਨ, ਵਿਰੋਧੀ ਧਿਰ ਉਸੇ ਹੀ ਗੱਲਾਂ ਨੂੰ ਸਰਕਾਰ ਤੱਕ ਪਹੁੰਚਾਉਂਦੀ ਹੈ ਕਿ ਲੋਕ ਇਹਨਾਂ ਨੂੰ ਅਪਰਵਾਨ ਕਰ ਰਹੇ ਹਨ। ਸੋ ਜਿਹੜੀ ਵਿਰੋਧੀ ਧਿਰ ਦੀ ਆਲੋਚਨਾ ਹੁੰਦੀ ਹੈ ਉਹ ਹਮੇਸ਼ਾ ਸਕਾਰਾਤਮਕ ਜਾਂ ਕਹਿ ਲਓ ਕਿ ਪੋਜ਼ਿਟਿਵ ਹੀ ਹੋਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਹੀ ਜਿਹੜਾ ਦੇਸ਼ ਹੈ ਸਾਡਾ ਵਿਕਾਸ ਕਰ ਸਕਦਾ ਹੈ। ਉਸ ਤੋਂ ਬਾਅਦ ਹੈ ਸਰਕਾਰ ਬਣਾਉਣਾ ਆਸਾਨ। ਦੋ ਦਲੀ ਪ੍ਰਣਾਲੀ ਵਿੱਚ ਸਰਕਾਰ ਦਾ ਬਣਾਉਣਾ ਬਹੁਤ ਹੀ ਆਸਾਨ ਹੁੰਦਾ ਹੈ। ਦੋਹਾਂ ਦਲਾਂ ਵਿੱਚੋਂ ਇੱਕ ਦਲ ਨੂੰ ਵਿਧਾਨ ਮੰਡਲ ਵਿੱਚ ਬਹੁਮਤ ਪ੍ਰਾਪਤ ਹੁੰਦਾ ਹੈ। ਜਿਸ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ ਉਸੇ ਦੀ ਸਰਕਾਰ ਬਣਦੀ ਹੈ। ਇਸ ਪ੍ਰਣਾਲੀ ਵਿੱਚ ਲੋਕਾਂ ਨੂੰ ਵੀ ਪਤਾ ਹੁੰਦਾ ਹੈ ਕਿ ਕਿਹੜੀ ਪਾਰਟੀ ਕਿਸ ਤਰੀਕੇ ਨਾਲ ਕੰਮ ਕਰਦੀ ਹੈ। ਉਹ ਉਸਦੇ ਕੰਮਾਂ ਨੂੰ ਜਾਣਦੇ ਹਨ, ਉਸਦੇ ਕੰਮ ਕਰਨ ਦੇ ਢੰਗ ਨੂੰ ਵੀ ਜਾਣਦੇ ਹਨ ਅਤੇ ਇਹੀ ਸੋਚ ਕੇ ਜਿਹੜੇ ਲੋਕ ਹੁੰਦੇ ਨੇ ਉਹ ਸਹੀ ਪਾਰਟੀ ਨੂੰ ਵੋਟ ਪਾਉਂਦੇ ਹਨ ਅਤੇ ਜਿਹੜੀ ਪਾਰਟੀ ਬਹੁਮਤ ਪ੍ਰਾਪਤ ਕਰਦੀ ਹੈ ਉਸੇ ਦੀ ਜਿਹੜੀ ਸਰਕਾਰ ਹੈ ਉਹ ਦੇਸ਼ ਦੇ ਵਿੱਚ ਬਣਾਈ ਜਾਂਦੀ ਹੈ। ਉਸ ਤੋਂ ਬਾਅਦ ਆ ਜਾਂਦਾ ਹੈਗਾ ਦੋ ਦਲੀ ਪ੍ਰਣਾਲੀ ਦੇ ਔਗਣ। ਇਹ ਆਪਾਂ ਜਿਹੜੇ ਹੁਣ ਤੱਕ ਪੜ੍ਹੇ ਸੀ ਇਹ ਸਾਰੇ ਆਪਾਂ ਗੁਣ ਪੜ੍ਹੇ ਸੀ। ਹੁਣ ਆਪਾਂ ਦੋ ਦਲੀ ਪ੍ਰਣਾਲੀ ਦੇ ਔਗਣ ਪੜਾਂਗੇ। ਬੇਟੇ ਇਹ ਤਾਂ ਯੂਨੀਵਰਸਲ ਟਰੂਥ ਹੈ ਕਿ ਕੋਈ ਵੀ ਜਿਹੜੀ ਚੀਜ਼ ਹੈ ਉਸ ਦੇ ਗੁਣ ਵੀ ਹੁੰਦੇ ਹਨ ਅਤੇ ਔਗਣ ਵੀ ਹੁੰਦੇ ਹਨ। ਜੇ ਸਾਡੇ ਕੋਲ ਨੈਟ ਦੀ ਫੈਸਿਲਿਟੀ ਹੈ ਅਸੀਂ ਉਸ ਨੂੰ ਯੂਜ਼ ਕਰਨਾ ਹੈ, ਨੈਗੇਟਿਵ ਵੀ ਯੂਜ਼ ਕਰ ਸਕਦੇ ਹਾਂ, ਪੋਜ਼ਿਟਿਵ ਵੀ ਯੂਜ਼ ਕਰ ਸਕਦੇ ਹਾਂ, ਠੀਕ ਹੈ। ਟੀਵੀ ਦੇ ਉੱਪਰ ਅਸੀਂ ਆਪਣੇ ਐਜੂਕੇਸ਼ਨਲ ਲੈਕਚਰ ਵੀ ਸੁਣ ਸਕਦੇ ਹਾਂ ਅਤੇ ਅਸੀਂ ਬਾਕੀ ਹੋਰ ਵੀ ਜੋ ਚੀਜ਼ਾਂ ਨਹੀਂ ਦੇਖਣੀਆਂ ਚਾਹੀਦੀਆਂ ਉਹ ਦੇਖਦੇ ਹਾਂ। ਸੋ ਇਹ ਸਾਡੇ ਔਗਣ ਆ ਜਾਂਦੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੋ ਦਲੀ ਵਾਲੇ ਦੇਸ਼ ਇੰਗਲੈਂਡ ਅਤੇ ਅਮਰੀਕਾ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਜਨਤਾ ਲਈ ਆਪਣੀ ਮਨਪਸੰਦ ਸਰਕਾਰ ਬਣਾਉਣੀ ਸੌਖੀ ਹੁੰਦੀ ਹੈ, ਪਰ ਜਿੱਥੇ ਅਸੀਂ ਇੰਨੇ ਗੁਣ ਪੜ੍ਹੇ ਹਨ ਉੱਥੇ ਦੋ ਦਲੀ ਪ੍ਰਣਾਲੀ ਦੇ ਕਈ ਔਗਣ ਵੀ ਹਨ, ਜਿਨ੍ਹਾਂ ਦੀ ਚਰਚਾ ਅਸੀਂ ਹੁਣ ਕਰਾਂਗੇ। ਸਭ ਤੋਂ ਪਹਿਲਾਂ ਹੈ ਕਿ ਜਿਹੜਾ ਦੇਸ਼ ਹੈ ਉਹ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਕੁਝ ਲੋਕ ਵਿਰੋਧੀ ਧਿਰ ਨੂੰ ਪਸੰਦ ਕਰਦੇ ਹਨ, ਕੁਝ ਲੋਕ ਰੂਲਿੰਗ ਪਾਰਟੀ ਨੂੰ ਪਸੰਦ ਕਰਦੇ ਹਨ, ਜਾਂ ਕਹਿ ਲਓ ਕਿ ਜਿਹੜੀ ਪਾਰਟੀ ਸਰਕਾਰ ਚਲਾ ਰਹੀ ਹੈ ਉਸ ਨੂੰ ਪਸੰਦ ਕਰਦੇ ਹਨ। ਜਿਹੜਾ ਦੇਸ਼ ਹੈ ਉਹ ਦੋ ਗੁੱਟਾਂ ਵਿੱਚ ਵੰਡਿਆ ਜਾਂਦਾ ਹੈ। ਦੋ ਦਲੀ ਪ੍ਰਣਾਲੀ ਦਾ ਸਭ ਤੋਂ ਵੱਡਾ ਔਗਣ ਇਹ ਹੈ ਕਿ ਦੇਸ਼ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਕਈ ਵਾਰੀ ਇੱਕ ਦੂਜੇ ਦਲ ਦੀ ਵਿਰੋਧਤਾ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਦੇਸ਼ ਦੇ ਹਿੱਤਾਂ ਨੂੰ ਕਾਫੀ ਨੁਕਸਾਨ ਹੋ ਜਾਂਦਾ ਹੈ। ਹਰ ਪਾਰਟੀ ਦੇਸ਼ ਦੇ ਹਿੱਤਾਂ ਦੀ ਪਰਵਾਹ ਕੀਤੇ ਬਗੈਰ ਆਪਣੀ ਸਰਕਾਰ ਬਣਾਉਣ ਦਾ ਯਤਨ ਕਰਦੀ ਹੈ। ਆਪਸੀ ਖਿੱਚੋਤਾਣ ਨਾਲ ਦੇਸ਼ ਦੀ ਏਕਤਾ ਦਾ ਨੁਕਸਾਨ ਹੁੰਦਾ ਹੈ। ਇੱਥੇ ਬੇਟੇ ਦੇਸ਼ ਦੀ ਏਕਤਾ ਨੂੰ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਹੈ, ਇਸ ਦੇ ਨਾਲ ਜਿਹੜਾ ਦੇਸ਼ ਦਾ ਵਿਕਾਸ ਹੈ, ਜਿਹੜੀਆਂ ਨੀਤੀਆਂ ਨੇ ਉਹ ਵੀ ਜਿਹੜੀਆਂ ਨੇ ਉਹ ਗਲਤ ਹੋ ਜਾਂਦੀਆਂ ਨੇ ਅਤੇ ਜਿਹੜਾ ਵਿਕਾਸ ਹੈ ਉਹ ਰੁਕ ਜਾਂਦਾ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਵੋਟਰਾਂ ਲਈ ਸੀਮਤ ਪਸੰਦ। ਹੁਣ ਜੇ ਘਰ ਦੇ ਵਿੱਚ 4 ਮੈਂਬਰ ਨੇ ਪਰਿਵਾਰ ਦੇ ਅਤੇ ਆਪਾਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ 2 ਦੀ ਰਾਏ ਇੱਕ ਹੋਏਗੀ, 2 ਦੀ ਰਾਏ ਇੱਕ ਹੋਏਗੀ। ਇਹ ਵੀ ਹੋ ਸਕਦਾ ਹੈ ਕਿ ਜੇ 4 ਮੈਂਬਰ ਨੇ ਪਰਿਵਾਰ ਦੇ ਵਿੱਚ, ਜੇ ਜੁਆਇੰਟ ਫੈਮਿਲੀ ਹੈ ਤਾਂ ਉੱਥੇ ਹਰ ਇੱਕ ਦੇ ਵਿਚਾਰ ਦੂਜਿਆਂ ਨਾਲੋਂ ਅਲੱਗ ਹੋਣਗੇ। ਲੇਕਿਨ ਜਿੱਥੇ ਦੋ ਦਲੀ ਪ੍ਰਣਾਲੀ ਹੁੰਦੀ ਹੈ ਉੱਥੇ ਵੋਟਰਾਂ ਲਈ ਜਿਹੜੀ ਸੀਮਤ ਪਸੰਦ ਹੋ ਜਾਂਦੀ ਹੈ। ਵੋਟਰਾਂ ਨੂੰ 2 ਪਾਰਟੀਆਂ ਵਿੱਚੋਂ ਸਿਰਫ ਇੱਕ ਪਾਰਟੀ ਨੂੰ ਚੁਣਨਾ ਪਏਗਾ ਜਿਸ ਨੂੰ ਉਹ ਪਸੰਦ ਕਰਦੇ ਹਨ। ਅਜਿਹੀ ਸ਼ਾਸਨ ਪ੍ਰਣਾਲੀ ਵਿੱਚ ਵੋਟਰਾਂ ਦੀ ਪਸੰਦ ਬਹੁਤ ਸੀਮਤ ਹੋ ਜਾਂਦੀ ਹੈ। ਉਹਨਾਂ ਕੋਲ ਵੋਟ ਪਾਉਣ ਦੇ ਵਿਕਲਪ ਬਹੁਤ ਘੱਟ ਜਾਂਦੇ ਹਨ। ਕਿੰਨੂੰ ਵੋਟ ਪਾਉਣ, ਮੰਨ ਲਓ ਉਹਨਾਂ ਨੂੰ ਤੀਜੀ ਧਿਰ ਪਸੰਦ ਹੈ, ਉਹਨਾਂ ਨੂੰ ਦੋਨੇ ਪਾਰਟੀਆਂ ਵਿੱਚੋਂ ਕੋਈ ਨਹੀਂ ਪਸੰਦ, ਲੇਕਿਨ ਉਹਨਾਂ ਕੋਲ ਚੁਆਇਸ ਨਹੀਂ ਹੈ, ਉਹਨਾਂ ਕੋਲ ਆਪਸ਼ਨ ਨਹੀਂ ਹੈ। ਸੋ ਇਸ ਕਰਕੇ ਉਹ 50-50 ਚਾਂਸਿਸ ਲੈ ਕੇ, ਜਾਂ ਕਹਿ ਲਓ ਕਿ ਆਪਣੀ ਮਨ ਮਰਜ਼ੀ ਦੇ ਅਨੁਸਾਰ ਵੋਟ ਦਾ ਪ੍ਰਯੋਗ ਨਾ ਕਰਦੇ ਹੋਏ ਉਹ ਦੂਜੀ ਪਾਰਟੀ ਨੂੰ ਵੋਟ ਪਾ ਦਿੰਦੇ ਹਨ। ਉਹਨਾਂ ਨੂੰ 2 ਪਾਰਟੀਆਂ ਵਿੱਚੋਂ ਹੀ ਇੱਕ ਪਾਰਟੀ ਦੀ ਚੋਣ ਕਰਨੀ ਪੈਂਦੀ ਹੈ। ਜਨਤਾ ਸਾਹਮਣੇ ਕੋਈ ਵੀ ਤੀਜਾ ਬਦਲ ਜਿਹੜਾ ਹੈ ਉਹ ਨਹੀਂ ਹੁੰਦਾ। ਇਹ ਜ਼ਰੂਰੀ ਨਹੀਂ ਕਿ ਲੋਕਾਂ 2 ਹੀ ਵਿਚਾਰਧਾਰਾ, ਜਿਹੜੇ ਲੋਕ ਨੇ ਉਹ 2 ਹੀ ਵਿਚਾਰਧਾਰਾ ਦੇ ਹੋਣ। ਮਨੁੱਖ ਦੇ ਸੁਭਾਅ ਨੂੰ ਅਸੀਂ 2 ਭਾਗਾਂ ਵਿੱਚ ਨਹੀਂ ਵੰਡ ਸਕਦੇ। ਸੋ ਇਹ ਹੈ ਕਿ ਵੋਟਰਾਂ ਦੇ ਲਈ ਕਾਫੀ ਜਿਹੜੀ ਪਸੰਦ ਹੈ ਉਹ ਸੀਮਤ ਹੋ ਜਾਂਦੀ ਹੈ, ਜਿਹੜੀ ਚੁਆਇਸ ਹੈ ਉਹ ਘਟ ਜਾਂਦੀ ਹੈ। ਉਸ ਤੋਂ ਬਾਅਦ ਨੈਕਸਟ ਪੁਆਇੰਟ ਹੈ ਵਿਧਾਨ ਪਾਲਿਕਾ ਦੇ ਮਾਨ ਸਨਮਾਨ ਨੂੰ ਧੱਕਾ। ਦੋ ਦਲੀ ਪ੍ਰਣਾਲੀ ਦੇ ਵਿੱਚ ਕੀ ਹੁੰਦਾ ਹੈ ਕਿ ਮੰਤਰੀ ਮੰਡਲ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ। ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ ਜਿਹੜਾ ਮੰਤਰੀ ਮੰਡਲ ਹੈ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਰਾਜ ਪ੍ਰਬੰਧ ਚਲਾਉਂਦਾ ਹੈ, ਮਰਜ਼ੀ ਦੀਆਂ ਨੀਤੀਆਂ ਅਤੇ ਕਾਨੂੰਨ ਬਣਾਉਂਦਾ ਹੈ ਅਤੇ ਵਿਧਾਨ ਪਾਲਿਕਾ ਦੇ ਮੈਂਬਰਾਂ ਦੀ ਪਰਵਾਹ ਨਹੀਂ ਕਰਦਾ। ਵਿਧਾਨ ਪਾਲਿਕਾ ਮੰਤਰੀ ਮੰਡਲ ਦੇ ਹੱਥਾਂ ਵਿੱਚ ਕਠਪੁਤਲੀ ਬਣ ਕੇ ਰਹਿ ਜਾਂਦੀ ਹੈ। ਮੰਤਰੀ ਮੰਡਲ ਵਿੱਚ ਬਹੁ ਗਿਣਤੀ ਦਲ ਦੇ ਵੱਡੇ ਨੇਤਾ ਹੁੰਦੇ ਹਨ ਅਤੇ ਦਲ ਦੇ ਬਾਕੀ ਮੈਂਬਰ ਉਹਨਾਂ ਦੇ ਇਸ਼ਾਰਿਆਂ ਦੇ ਅਨੁਸਾਰ ਕੰਮ ਕਰਦੇ ਹਨ। ਸੋ ਇਹ ਇੱਕ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਕਿ ਵਿਧਾਨ ਪਾਲਿਕਾ ਦੇ ਮਾਨ ਸਨਮਾਨ ਨੂੰ ਧੱਕਾ ਲੱਗਦਾ ਹੈ ਦੋ ਦਲੀ ਪ੍ਰਣਾਲੀ ਦੇ ਵਿੱਚ। ਉਸ ਤੋਂ ਬਾਅਦ ਆ ਜਾਂਦਾ ਹੈ ਵਿਧਾਇਕਾਂ ਦੀ ਸੁਤੰਤਰਤਾ ਤੇ ਕਠੋਰ ਕੰਟਰੋਲ। ਦੋ ਦਲੀ ਪ੍ਰਣਾਲੀ ਵਿੱਚ ਵਿਧਾਨ ਮੰਡਲ ਦੇ ਮੈਂਬਰਾਂ ਦੀ ਨਿੱਜੀ ਸੁਤੰਤਰਤਾ ਨਹੀਂ ਰਹਿੰਦੀ। ਉਹਨਾਂ ਨੂੰ ਦਲ ਦੇ ਮਜ਼ਬੂਤ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਨਾ ਪੈਂਦਾ ਹੈ। ਉਹਨਾਂ ਨੂੰ ਦਲ ਦੇ ਸੀਨੀਅਰ ਨੇਤਾਵਾਂ ਦੇ ਆਦੇਸ਼ਾਂ ਦੇ ਅਨੁਸਾਰ ਕੰਮ ਕਰਨਾ ਪੈਂਦਾ ਹੈ। ਉਹਨਾਂ ਦੇ ਨਿੱਜੀ ਵਿਚਾਰਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ। ਕਈ ਵਾਰੀ ਤਾਂ ਮੰਤਰੀ ਮੰਡਲ ਜਿਹੜਾ ਹੁੰਦਾ ਹੈ ਉਸ ਦੀ ਤਾਨਾਸ਼ਾਹੀ ਵੀ ਜਿਹੜੀ ਹੈ ਉਹ ਸਥਾਪਿਤ ਹੋ ਜਾਂਦੀ ਹੈ, ਜਿਹੜੀ ਕਿ ਆਮ ਲੋਕਾਂ ਨੂੰ ਹਜਮ ਨਹੀਂ ਹੁੰਦੀ। ਇਹ ਸਨ ਦੋ ਦਲੀ ਪ੍ਰਣਾਲੀ ਦੇ ਗੁਣ ਅਤੇ ਔਗਣ। ਹੁਣ ਆਪਣੇ ਕੋਲ ਸਿੱਟਾ ਹੈ ਕਿ ਦੋ ਦਲੀ ਪ੍ਰਣਾਲੀ ਦੇ ਗੁਣ ਅਤੇ ਔਗਣ ਪੜਨ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਭਾਵੇਂ ਇਸ ਪ੍ਰਣਾਲੀ ਵਿੱਚ ਕਈ ਦੋਸ਼ ਹਨ ਪਰ ਫਿਰ ਵੀ ਇਸ ਪ੍ਰਣਾਲੀ ਦੇ ਕਈ ਲਾਭ ਹਨ। ਸੰਸਦੀ ਪ੍ਰਣਾਲੀ ਵਾਲੇ ਦੇਸ਼ਾਂ ਵਿੱਚ ਦੋ ਦਲੀ ਪ੍ਰਣਾਲੀ ਸਫਲਤਾਪੂਰਵਕ ਕੰਮ ਕਰ ਰਹੀ ਹੈ। ਇਸ ਨਾਲ ਸਰਕਾਰ ਦਾ ਬਣਾਉਣਾ ਅਤੇ ਬਦਲਣਾ ਆਸਾਨ ਹੁੰਦਾ ਹੈ। ਇੰਗਲੈਂਡ ਅਤੇ ਅਮਰੀਕਾ ਦੀ ਸਫਲਤਾ ਦਾ ਰਾਜ਼ ਦੋ ਦਲੀ ਪ੍ਰਣਾਲੀ ਹੈ। ਇਸ ਦੇ ਦੋਸ਼ਾਂ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਹੁਣ ਅਸੀਂ ਪੜਾਂਗੇ ਬਹੁਦਲੀ ਪ੍ਰਣਾਲੀ। ਜਿਸ ਦੇਸ਼ ਵਿੱਚ ਕਈ ਰਾਜਨੀਤਿਕ ਦਲ ਹੋਣ ਪਰ ਇੱਕ ਵੀ ਦਲ ਇੰਨਾ ਸ਼ਕਤੀਸ਼ਾਲੀ ਨਾ ਹੋਵੇ ਕਿ ਉਸ ਨੂੰ ਪੂਰਨ ਬਹੁਮਤ ਹਾਸਿਲ ਕਰਕੇ ਸਰਕਾਰ ਬਣਾ ਸਕਦਾ ਹੋਵੇ, ਅਜਿਹੀ ਵਿਵਸਥਾ ਨੂੰ ਬਹੁਦਲੀ ਪ੍ਰਣਾਲੀ ਕਹਿੰਦੇ ਹਨ। ਜਿਵੇਂ ਕਿ ਤੁਹਾਡੇ ਕੋਲ ਪਿਕਚਰ ਦੇ ਵਿੱਚ ਆਪਣਾ ਭਾਰਤ ਹੈ ਜਿੱਥੇ 7 ਨੈਸ਼ਨਲ ਪਾਰਟੀਆਂ ਨੇ ਅਤੇ ਲਗਭਗ 55 ਦੇ ਕਰੀਬ ਖੇਤਰੀ ਪਾਰਟੀਆਂ ਨੇ ਜਿਹੜੀਆਂ ਕਿ ਇਸ ਟਾਈਮ ਭਾਰਤ ਦੀ ਜਿਹੜੀ ਪੋਲਿਟਿਕਸ ਹੈ, ਰਾਜਨੀਤੀ ਵਿੱਚ
ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ। ਸੋ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਕਿ ਇਹ ਪ੍ਰਣਾਲੀ ਫਰਾਂਸ, ਭਾਰਤ, ਸਵਿਟਜ਼ਰਲੈਂਡ ਅਤੇ ਇਟਲੀ ਆਦਿ ਦੇਸ਼ਾਂ ਦੇ ਵਿੱਚ ਪਾਈ ਜਾਂਦੀ ਹੈ। ਇਹਨਾਂ ਦੇਸ਼ਾਂ ਵਿੱਚ ਮੰਤਰੀ ਮੰਡਲ ਕਈ ਦਲਾਂ ਦਾ ਮਿਲ ਕੇ ਬਣਦਾ ਹੈ। ਇਸ ਨੂੰ ਮਿਲਿਆ ਜੁਲਿਆ ਮੰਤਰੀ ਮੰਡਲ ਵੀ ਕਿਹਾ ਜਾਂਦਾ ਹੈ। ਬਹੁਦਲੀ ਪ੍ਰਣਾਲੀ ਦੇ ਗੁਣ: ਵੋਟਰਾਂ ਨੂੰ ਵੱਧ ਸੁਤੰਤਰਤਾ। ਬਹੁਦਲੀ ਪ੍ਰਣਾਲੀ ਵਿੱਚ ਲੋਕਾਂ ਨੂੰ ਵੋਟ ਦੇਣ ਦੀ ਜ਼ਿਆਦਾ ਸੁਤੰਤਰਤਾ ਮਿਲ ਜਾਂਦੀ ਹੈ। ਉਹਨਾਂ ਦੇ ਸਾਹਮਣੇ ਕਈ ਰਾਜਨੀਤਿਕ ਦਲ ਹੁੰਦੇ ਹਨ, ਚੁਆਇਸਿਸ ਨੇ, ਆਪਸ਼ਨਸ ਕਾਫੀ ਜ਼ਿਆਦਾ ਨੇ ਲੋਕਾਂ ਕੋਲ। ਜਿਸ ਦਲ ਦੇ ਕੰਮ ਅਤੇ ਨੀਤੀਆਂ ਲੋਕਾਂ ਨੂੰ ਵਧੀਆ ਲੱਗਦੀਆਂ ਹਨ, ਲੋਕ ਉਸ ਨੂੰ ਵੋਟ ਪਾਉਂਦੇ ਹਨ। ਹਰ ਵਿਚਾਰਧਾਰਾ ਵਾਲੀ ਜਿਹੜੀ ਪਾਰਟੀ ਹੈ ਉਸ ਨੂੰ ਲੋਕ ਧਿਆਨ ਨਾਲ ਸੁਣਦੇ ਹਨ ਅਤੇ ਪੜਚੋਲ ਕਰਕੇ ਆਪਣੇ ਅਕੋਰਡਿੰਗਲੀ ਉਮੀਦਵਾਰ ਚੁਣਦੇ ਹਨ। ਉਸ ਤੋਂ ਬਾਅਦ ਹੈ ਰਾਸ਼ਟਰ ਦੋ ਗੁੱਟਾਂ ਵਿੱਚ ਨਹੀਂ ਵੰਡਦਾ। ਬਹੁਦਲੀ ਪ੍ਰਣਾਲੀ ਵਿੱਚ ਰਾਸ਼ਟਰ ਦੋ ਗੁੱਟਾਂ ਵਿੱਚ ਨਹੀਂ ਵੰਡਦਾ, ਜਿਵੇਂ ਕਿ ਦੋ ਦਲੀ ਪ੍ਰਣਾਲੀ ਵਿੱਚ ਵੰਡਿਆ ਜਾਂਦਾ ਸੀ। ਵੱਖ-ਵੱਖ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਲਈ ਕਈ ਦਲ ਹੁੰਦੇ ਹਨ। ਦਲਾਂ ਵਿੱਚ ਲਗਾਤਾਰ ਸੰਘਰਸ਼ ਨਹੀਂ ਚੱਲਦਾ ਅਤੇ ਨਾ ਹੀ ਉਹਨਾਂ ਵਿਚਕਾਰ ਕੱਟੜ ਵਿਰੋਧ ਪਾਇਆ ਜਾਂਦਾ ਹੈ। ਸਰਕਾਰ ਬਣਾਉਣ ਲਈ ਕਈ ਦਲਾਂ ਨੂੰ ਆਪਸ ਵਿੱਚ ਸਮਝੌਤਾ ਕਰਨਾ ਪੈਂਦਾ ਹੈ। ਸਭ ਪ੍ਰਕਾਰ ਦੇ ਵਿਚਾਰਾਂ ਨੂੰ ਪ੍ਰਤੀਨਿਧਤਾ ਮਿਲ ਜਾਂਦੀ ਹੈ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਦੋ ਦਲੀ ਪ੍ਰਣਾਲੀ ਵਿੱਚ ਲੋਕਾਂ ਨੂੰ ਸਿਰਫ ਦੋ ਤਰ੍ਹਾਂ ਦੇ ਵਿਚਾਰਧਾਰਾ ਨਾਲ ਵੋਟਾਂ ਪਾਉਣੀਆਂ ਪੈਂਦੀਆਂ ਹਨ, ਪਰ ਬਹੁਦਲੀ ਪ੍ਰਣਾਲੀ ਵਿੱਚ ਲੋਕਾਂ ਕੋਲ ਕਾਫੀ ਜ਼ਿਆਦਾ ਆਪਸ਼ਨਸ ਹੁੰਦੀਆਂ ਨੇ। ਬਹੁਦਲੀ ਪ੍ਰਣਾਲੀ ਵਿੱਚ ਸਾਰਿਆਂ ਦੇ ਵਿਚਾਰਾਂ ਨੂੰ ਪ੍ਰਤੀਨਿਧਤਾ ਮਿਲ ਜਾਂਦੀ ਹੈ। ਵਿਧਾਨ ਮੰਡਲ ਲੋਕ ਮਤ ਦਾ ਪ੍ਰਤੀਕ ਜਾਪਦਾ ਹੈ। ਲੋਕਾਂ ਨੂੰ ਜਿਸ ਪਾਰਟੀ ਦੇ ਵਿਚਾਰ ਵਧੀਆ ਲੱਗਦੇ ਹਨ ਉਹ ਉਸ ਨੂੰ ਵੋਟ ਪਾ ਦਿੰਦੇ ਹਨ। ਉਸ ਤੋਂ ਬਾਅਦ ਹੈ ਮੰਤਰੀ ਮੰਡਲ ਦੀ ਤਾਨਾਸ਼ਾਹੀ ਸਥਾਪਿਤ ਨਹੀਂ ਹੋ ਸਕਦੀ। ਇਹ ਇੱਕ ਬਹੁਤ ਹੀ ਵਧੀਆ ਪੁਆਇੰਟ ਹੈ ਕਿ ਮੰਤਰੀ ਮੰਡਲ ਦੀ ਤਾਨਾਸ਼ਾਹੀ ਕਦੋਂ ਸਥਾਪਿਤ ਹੋਵੇਗੀ, ਜਦੋਂ ਉਸ ਕੋਲ ਬਹੁਤ ਜ਼ਿਆਦਾ ਪਾਵਰਸ ਹੋਣਗੀਆਂ। ਪਰ ਬਹੁਦਲੀ ਪ੍ਰਣਾਲੀ ਵਿੱਚ ਮੰਤਰੀ ਮੰਡਲ ਦੀ ਤਾਨਾਸ਼ਾਹੀ ਸਥਾਪਿਤ ਨਹੀਂ ਹੋ ਸਕਦੀ, ਕਿਉਂਕਿ ਮੰਤਰੀ ਮੰਡਲ ਇੱਕ ਦਲ ਦਾ ਨਹੀਂ ਸਗੋਂ ਕਈ ਦਲਾਂ ਦਾ ਮਿਲ ਕੇ ਬਣਦਾ ਹੈ। ਮੰਤਰੀ ਮੰਡਲ ਮਨਮਾਨੇ ਢੰਗ ਨਾਲ ਕੋਈ ਕੰਮ ਨਹੀਂ ਕਰ ਸਕਦਾ। ਮਿਲੀ ਜੁਲੀ ਸਰਕਾਰ ਹੋਣ ਕਰਕੇ ਸਰਕਾਰ ਨੂੰ ਬਦਲਣਾ ਆਸਾਨ ਹੁੰਦਾ ਹੈ। ਮੰਤਰੀ ਮੰਡਲ ਜੇਕਰ ਜਨਤਕ ਹਿੱਤਾਂ ਦਾ ਠੀਕ ਤਰ੍ਹਾਂ ਖਿਆਲ ਨਹੀਂ ਰੱਖਦਾ ਤਾਂ ਲੋਕ ਇਸ ਨੂੰ ਬਦਲ ਦਿੰਦੇ ਹਨ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਵਿਧਾਨ ਪਾਲਿਕਾ ਦੀ ਸਥਿਤੀ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ। ਬਹੁਦਲੀ ਪ੍ਰਣਾਲੀ ਵਿੱਚ ਵਿਧਾਨ ਪਾਲਿਕਾ ਕਾਰਜਪਾਲਿਕਾ ਦੇ ਹੱਥਾਂ ਵਿੱਚ ਕਠਪੁਤਲੀ ਨਹੀਂ ਬਣਦੀ, ਜਿਵੇਂ ਕਿ ਦੋ ਦਲੀ ਪ੍ਰਣਾਲੀ ਵਿੱਚ ਬਣਦੀ ਸੀ। ਸਗੋਂ ਕਾਰਜਪਾਲਿਕਾ ਨੂੰ ਹਰ ਵੇਲੇ ਵਿਧਾਨ ਪਾਲਿਕਾ ਤੇ ਨਿਰਭਰ ਰਹਿਣਾ ਪੈਂਦਾ ਹੈ। ਕਿਸੇ ਵੀ ਦਲ ਨੂੰ ਵਿਧਾਨ ਪਾਲਿਕਾ ਵਿੱਚ ਸਪਸ਼ਟ ਬਹੁਮਤ ਨਹੀਂ ਮਿਲਦਾ। ਇਸੇ ਕਰਕੇ ਸਰਕਾਰ ਆਪਣੀ ਮਨਮਾਨੀ ਨਹੀਂ ਕਰ ਸਕਦੀ ਅਤੇ ਨਾ ਹੀ ਉਹ ਤਾਨਾਸ਼ਾਹੀ ਬਣ ਸਕਦੀ ਹੈ। ਵਿਧਾਨ ਪਾਲਿਕਾ ਵਿੱਚ ਸਰਕਾਰ ਦਾ ਕੋਈ ਵੀ ਪ੍ਰਸਤਾਵ ਉਸ ਵੇਲੇ ਤੱਕ ਪਾਸ ਨਹੀਂ ਹੋ ਸਕਦਾ ਜਦੋਂ ਤੱਕ ਇੱਕ ਤੋਂ ਵਧੇਰੇ ਦਲ ਉਸ ਦੇ ਹੱਕ ਵਿੱਚ ਨਾ ਹੋਣ। ਇਸ ਤਰ੍ਹਾਂ ਵਿਧਾਨ ਪਾਲਿਕਾ ਦੇ ਸਨਮਾਨ ਵਿੱਚ ਵਾਧਾ ਹੁੰਦਾ ਹੈ। ਹੁਣ ਆਪਾਂ ਕਰਾਂਗੇ ਬਹੁਦਲੀ ਪ੍ਰਣਾਲੀ ਦੇ ਦੋਸ਼। ਜਿੱਥੇ ਬਹੁਦਲੀ ਪ੍ਰਣਾਲੀ ਦੇ ਇੰਨੇ ਗੁਣ ਨੇ ਉੱਥੇ ਨਾਲ ਹੀ ਕੁਝ ਦੋਸ਼ ਹਨ। ਸਭ ਤੋਂ ਪਹਿਲਾ ਹੈ ਕਿ ਸਰਕਾਰ ਬਣਾਉਣਾ ਕਠਿਨ ਹੈ। ਜਿਸ ਦੇਸ਼ ਦੇ ਵਿੱਚ ਬੇਟੇ ਇੰਨੀਆਂ ਜ਼ਿਆਦਾ ਪਾਰਟੀਆਂ ਹੋਣਗੀਆਂ, ਖੇਤਰੀ ਦਲ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ, ਨੈਸ਼ਨਲ ਪਾਰਟੀਆਂ ਵੀ ਆਪਣੀਆਂ ਭੂਮਿਕਾ ਨਿਭਾ ਰਹੀਆਂ ਹਨ, ਉੱਥੇ ਸਰਕਾਰ ਦਾ ਬਣਾਉਣਾ ਬਹੁਤ ਕਠਿਨ ਹੋ ਜਾਂਦਾ ਹੈ, ਕਿਉਂਕਿ ਉੱਥੇ ਕਿਸੇ ਇੱਕ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਪ੍ਰਾਪਤ ਹੁੰਦਾ। ਇਸੇ ਲਈ ਇਸ ਪ੍ਰਣਾਲੀ ਵਿੱਚ ਸਰਕਾਰ ਬਣਾਉਣਾ ਬਹੁਤ ਕਠਿਨ ਹੁੰਦਾ ਹੈ, ਕਿਉਂਕਿ ਸਰਕਾਰ ਕਿਸੇ ਇੱਕ ਦਲ ਦੀ ਨਹੀਂ ਸਗੋਂ ਕਈ ਦਲਾਂ ਦੀ ਮਿਲ ਕੇ ਬਣਾਈ ਜਾਂਦੀ ਹੈ। ਉਹਨਾਂ ਵਿੱਚ ਆਪਸੀ ਸਮਝੌਤਾ ਕਰਨਾ ਅਤੇ ਸਾਂਝੇ ਪ੍ਰੋਗਰਾਮ ਨਿਸ਼ਚਿਤ ਕਰਨ ਵਿੱਚ ਕਾਫੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਭ੍ਰਿਸ਼ਟਾਚਾਰ ਵਿੱਚ ਵਾਧਾ। ਬਹੁਦਲੀ ਪ੍ਰਣਾਲੀ ਵਿੱਚ ਕਈ ਪ੍ਰਕਾਰ ਦਾ ਭ੍ਰਿਸ਼ਟਾਚਾਰ ਵੱਧ ਜਾਂਦਾ ਹੈ। ਸਰਕਾਰ ਦੀ ਅਸਥਿਰ ਸਥਿਤੀ ਹੋਣ ਕਰਕੇ ਵਿਧਾਨਕਾਰਾਂ ਨੂੰ ਨਾਲ ਰੱਖਣ ਲਈ ਕਈ ਤਰ੍ਹਾਂ ਦੇ ਲਾਲਚ ਦੇਣੇ ਪੈਂਦੇ ਹਨ ਵੀ ਤੁਸੀਂ ਸਾਡੀ ਪਾਰਟੀ ਵਿੱਚ ਰਲ ਜਾਓ, ਅਸੀਂ ਰਲ ਕੇ ਸਰਕਾਰ ਬਣਾਵਾਂਗੇ। ਕਿਉਂਕਿ ਕਿਸੇ ਵੀ ਪਾਰਟੀ ਨੂੰ ਮੈਜੋਰਟੀ ਨਹੀਂ ਮਿਲਦੀ ਹੈਗੀ ਤਾਂ ਉਹ ਮਿਲੀ ਜੁਲੀ ਜਿਹੜੀ ਸਰਕਾਰ ਹੈ, ਗਠਬੰਧਨ ਜਿਹੜੀ ਸਰਕਾਰ ਹੈ ਉਹ ਬਣਾਉਂਦੇ ਹਨ। ਦਲ ਬਦਲੀ ਨੂੰ ਬੜਾਵਾ ਮਿਲਦਾ ਹੈ। ਲੋਕ ਆਪਣੀ ਜਿਹੜੀ ਪਾਰਟੀ ਮੈਜੋਰਟੀ ਵਿੱਚ ਹੁੰਦੀ ਹੈ ਉਹਦੀ ਸਰਕਾਰ ਬਣਾ ਲੈਂਦੇ ਹਨ ਅਤੇ ਵਿਧਾਨਕਾਰ ਆਪਣੇ ਲਾਲਚ ਨੂੰ ਮੁੱਖ ਰੱਖ ਕੇ ਵੱਖਰੇ ਦਲ ਬਣਾ ਲੈਂਦੇ ਹਨ। ਸਰਕਾਰ ਦਾ ਕਾਰਜਕਾਲ ਅਨਿਸ਼ਚਿਤ ਹੋਣ ਕਰਕੇ ਮੰਤਰੀ ਗਲਤ ਢੰਗਾਂ ਨਾਲ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ। ਉਸ ਤੋਂ ਬਾਅਦ ਹੈ ਸੰਸਦੀ ਸਰਕਾਰ ਲਈ ਅਢੁਕਵੀਂ। ਬਹੁਦਲੀ ਪ੍ਰਣਾਲੀ ਸੰਸਦੀ ਸਰਕਾਰ ਲਈ ਢੁਕਵੀਂ ਨਹੀਂ ਹੈ ਅਤੇ ਸਰਕਾਰ ਬਣਾਉਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ, ਕਿਉਂਕਿ ਕਈ ਵਾਰ ਕਿਸੇ ਵੀ ਦਲ ਨੂੰ ਸਰਕਾਰ ਬਣਾਉਣ ਲਈ ਉਚਿਤ ਬਹੁਮਤ ਪ੍ਰਾਪਤ ਨਹੀਂ ਹੁੰਦਾ। ਸੰਸਦੀ ਪ੍ਰਣਾਲੀ ਦੀ ਸਫਲਤਾ ਦੋ ਦਲੀ ਪ੍ਰਣਾਲੀ ਤੇ ਨਿਰਭਰ ਕਰਦੀ ਹੈ। ਭਾਵੇਂ ਕਿ ਬੇਟੇ ਭਾਰਤ ਵਿੱਚ ਸੰਸਦੀ ਸਰਕਾਰ ਪਾਈ ਜਾਂਦੀ ਹੈ, ਪਰ ਫਿਰ ਵੀ ਕਿਉਂਕਿ ਭਾਰਤ ਦੇ ਵਿੱਚ ਮਲਟੀ ਪਾਰਟੀ ਸਿਸਟਮ ਹੈ, ਬਹੁਦਲੀ ਪ੍ਰਣਾਲੀ ਹੈ, ਇਹ ਜਿਹੜੀ ਪ੍ਰਣਾਲੀ ਹੈ ਆਪਣਾ ਬਹੁਦਲੀ ਪ੍ਰਣਾਲੀ ਹੈ, ਸੰਸਦੀ ਸਰਕਾਰ ਦੇ ਲਈ ਢੁਕਵੀਂ ਨਹੀਂ ਹੁੰਦੀ ਹੈਗੀ। ਸੋ ਇਹ ਇੱਕ ਬੜਾ ਹੀ ਵੱਡਾ ਔਗਣ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਜ਼ਿੰਮੇਵਾਰ ਅਤੇ ਮਜ਼ਬੂਤ ਵਿਰੋਧੀ ਦਲ ਦੀ ਕਮੀ। ਬਹੁਦਲੀ ਪ੍ਰਣਾਲੀ ਦੇ ਵਿੱਚ ਕੀ ਹੁੰਦਾ ਹੈ ਕਿ
ਮਜ਼ਬੂਤ ਅਤੇ ਜ਼ਿੰਮੇਵਾਰ ਵਿਰੋਧੀ ਦਲ ਦੀ ਕਮੀ ਪਾਈ ਜਾਂਦੀ ਹੈ। ਗਲਤ ਕੰਮਾਂ ਲਈ ਹਰ ਕੋਈ ਦੂਜਿਆਂ ਨੂੰ ਦੋਸ਼ੀ ਸਮਝਦਾ ਹੈ। ਸਰਕਾਰ ਨੂੰ ਜ਼ਿੰਮੇਵਾਰ ਬਣਾਉਣ ਲਈ ਮਜ਼ਬੂਤ ਵਿਰੋਧੀ ਦਲ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਵੇਂ ਕਿ ਦੋ ਦਲੀ ਪ੍ਰਣਾਲੀ ਦੇ ਵਿੱਚ ਸੀ। ਠੀਕ ਹੈ, ਕਿਉਂਕਿ ਵਿਰੋਧੀ ਦਲ ਨੇ ਇੱਕ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣੀ ਹੁੰਦੀ ਹੈ। ਮੈਂ ਪਹਿਲਾਂ ਵੀ ਕਿਹਾ ਸੀ, ਜਿਸ ਦੇਸ਼ ਦੇ ਵਿੱਚ ਵਿਰੋਧੀ ਧਿਰ ਤਰਕਮਈ ਢੰਗਾਂ ਨਾਲ ਗੱਲ ਕਰਦੀ ਹੈ, ਲੋਕ ਉਹਦੇ ਵਿਚਾਰ ਸੁਣਦੇ ਹਨ ਅਤੇ ਉਹ ਬਹੁਤ ਜਲਦੀ ਆਪਣੀ ਸਰਕਾਰ ਬਣਾ ਲੈਂਦੀ ਹੈ। ਵਿਰੋਧੀ ਦਲ ਬਹੁਦਲੀ ਪ੍ਰਣਾਲੀ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੰਮ ਨਹੀਂ ਕਰਦੇ। ਉਹਨਾਂ ਦੀ ਸਥਿਤੀ ਬੇਹੱਦ ਕਮਜ਼ੋਰ ਹੁੰਦੀ ਹੈ। ਉਹਨਾਂ ਦਾ ਇੱਕੋ ਇੱਕ ਮੰਤਵ ਸਰਕਾਰ ਨੂੰ ਗਿਰਾਣਾ ਹੁੰਦਾ ਹੈ। ਜਿਹਦੀ ਮਰਜ਼ੀ ਸਰਕਾਰ ਬਣੇ, ਜਿਹਦੀ ਮਰਜ਼ੀ ਸਰਕਾਰ ਨਾ ਬਣੇ, ਵਿਰੋਧੀ ਪਾਰਟੀ ਸਿਰਫ ਇਹ ਕਹਿੰਦੀ ਹੈ ਕਿ ਸਰਕਾਰ ਜਿਹੜੀ ਹੈ ਉਹ ਅਸਥਿਰ ਬਣੀ ਰਵੇ, ਮਜ਼ਬੂਤ ਨਾ ਹੋਵੇ। ਸੋ ਇਸ ਕਰਕੇ ਵਿਰੋਧੀ ਧਿਰ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਪ੍ਰਧਾਨ ਮੰਤਰੀ ਦੀ ਕਮਜ਼ੋਰ ਸਥਿਤੀ। ਬਹੁਦਲੀ ਪ੍ਰਣਾਲੀ ਵਿੱਚ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਮਿਲ ਜੁਲ ਕੇ ਸਰਕਾਰ ਬਣਾਉਂਦੀਆਂ ਹਨ, ਜਿਵੇਂ ਆਪਣੇ ਭਾਰਤ ਦੇ ਵਿੱਚ UPA ਅਤੇ NDA ਜਿਹੜੀਆਂ ਦੋ ਗਠਬੰਧਨ ਨੇ ਆਪਣੇ। UPA ਜਿਹੜਾ ਹੈ ਕਾਂਗਰਸ ਦਾ ਗਠਬੰਧਨ ਹੈ, NDA ਹੈ ਜੋ BJP ਦਾ ਗਠਬੰਧਨ ਹੈ। ਜਦੋਂ ਇਹਨਾਂ ਦੀਆਂ ਸਰਕਾਰਾਂ ਬਣਦੀਆਂ ਹਨ ਤਾਂ ਪ੍ਰਧਾਨ ਮੰਤਰੀ ਦੀ ਜਿਹੜੀ ਕਮਜ਼ੋਰ ਸਥਿਤੀ ਪੈਦਾ ਹੋ ਜਾਂਦੀ ਹੈ। ਜਿਨ੍ਹਾਂ ਦੇਸ਼ਾਂ ਵਿੱਚ ਸੰਸਦੀ ਪ੍ਰਣਾਲੀ ਪਾਈ ਜਾਂਦੀ ਹੈ, ਉੱਥੇ ਬਹੁਦਲੀ ਪ੍ਰਣਾਲੀ ਕਰਕੇ ਕਿਸੇ ਵੀ ਰਾਜਨੀਤਿਕ ਦਲ ਦਾ ਸ਼ੁੱਧ ਮੰਤਰੀ ਮੰਡਲ ਨਹੀਂ ਬਣਦਾ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਨੂੰ ਵੱਖ-ਵੱਖ ਰਾਜਨੀਤਿਕ ਦਲਾਂ ਤੇ ਨਿਰਭਰ ਰਹਿਣਾ ਪੈਂਦਾ ਹੈ, ਜਿਸ ਕਾਰਨ ਉਸ ਦੀ ਜਿਹੜੀ ਸਥਿਤੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ। ਠੀਕ ਹੈ ਬੱਚੇ, ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਸਿੱਟਾ। ਸਿੱਟਾ ਪੜ੍ਹਨ ਤੋਂ ਪਹਿਲਾਂ ਅਸੀਂ ਜੋ ਕੀਤਾ ਹੈ ਉਸ ਦੇ ਨਾਲ ਅਸੀਂ ਕੀ ਕਰਦੇ ਹਾਂ ਕਿ ਇੱਕ ਦਲੀ ਬਹੁਦਲੀ ਪ੍ਰਣਾਲੀ ਦੇ ਗੁਣ ਅਤੇ ਔਗਣ। ਇਸ ਤੋਂ ਪਹਿਲਾਂ ਆਪਾਂ ਪੜ੍ਹਿਆ ਸੀ ਦੋ ਦਲੀ ਪ੍ਰਣਾਲੀ ਦੇ ਗੁਣ ਅਤੇ ਔਗਣ। ਕਿਸਮਾਂ ਕਿ ਦਲ ਪ੍ਰਣਾਲੀ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਦਲ ਪ੍ਰਣਾਲੀ ਦੀਆਂ 3 ਕਿਸਮਾਂ ਹੁੰਦੀਆਂ ਹਨ, ਇੱਕ ਦਲੀ ਪ੍ਰਣਾਲੀ, ਦੋ ਦਲੀ ਪ੍ਰਣਾਲੀ, ਬਹੁਦਲੀ ਪ੍ਰਣਾਲੀ। ਉਸ ਤੋਂ ਬਾਅਦ ਬੇਟੇ ਆਪਾਂ ਪੜ੍ਹਿਆ ਹੈ ਦੋ ਦਲੀ ਪ੍ਰਣਾਲੀ ਕਿਹੜੇ ਦੇਸ਼ਾਂ ਵਿੱਚ ਹੈ? ਅਮਰੀਕਾ ਅਤੇ ਇੰਗਲੈਂਡ ਦੇ ਵਿੱਚ ਹੈ। ਉਸ ਦੇ ਕਿਹੜੇ ਆਪਣਾ ਗੁਣ ਅਤੇ ਔਗਣ ਹਨ? ਉਸ ਤੋਂ ਬਾਅਦ ਆਪਾਂ ਪੜ੍ਹਿਆ ਹੈ ਮਲਟੀ ਪਾਰਟੀ ਸਿਸਟਮ, ਜਿਹੜਾ ਕਿ ਭਾਰਤ ਵਿੱਚ ਪਾਇਆ ਜਾਂਦਾ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀਆਂ ਅੱਜ ਵੀ ਸਵੇਰੇ ਜਦੋਂ ਨਿਊਜ਼ਪੇਪਰ ਦੇ ਵਿੱਚ ਆਪਾਂ ਪੜ੍ਹਿਆ ਹੈ ਤਾਂ ਬਿਹਾਰ ਦੇ ਵਿੱਚ ਜਿਹੜਾ ਗਠਬੰਧਨ ਹੈ ਉਸ ਦੀ ਸਰਕਾਰ ਬਣੀ ਹੈ। ਤਾਂ ਭਾਰਤ ਦੇ ਵਿੱਚ ਬਹੁਦਲੀ ਜਿਹੜੀ ਪ੍ਰਣਾਲੀ ਹੈ ਉਹ ਪਾਈ ਜਾਂਦੀ ਹੈ ਅਤੇ ਜਿਹੜਾ ਸਾਡਾ ਭਾਰਤ ਹੈ ਉਹ ਦੁਨੀਆ ਦਾ ਪਹਿਲਾ ਲੋਕਤੰਤਰ, ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਆਬਾਦੀ ਪੱਖੋਂ ਇਹ ਦੂਸਰੇ ਨੰਬਰ ਤੇ ਆਉਂਦਾ ਹੈ। ਸੋ ਮਲਟੀ ਪਾਰਟੀ ਸਿਸਟਮ ਦੇ ਵਿੱਚ ਅਸੀਂ ਇਹ ਚਾਹਾਂਗੇ ਕਿ ਚਾਹੇ ਸਾਡੇ ਦੇਸ਼ ਦੇ ਵਿੱਚ ਮਲਟੀ ਪਾਰਟੀ ਸਿਸਟਮ ਪਾਇਆ ਜਾਂਦਾ ਹੈ, ਚਾਹੇ ਸਾਡੇ ਦੇਸ਼ ਦੇ ਵਿੱਚ ਅਸੀਂ ਇਸ ਨੂੰ ਚਾਹੇ ਜਿੰਨਾ ਮਰਜ਼ੀ ਕਹੀਏ ਕਿ ਇਸ ਦੇ ਕਿੰਨੇ ਔਗਣ ਹਨ, ਪਰ ਫਿਰ ਵੀ ਲੋਕਾਂ ਦੀ ਚੁਆਇਸ ਦੇ ਅਕੋਰਡਿੰਗ ਜਾਂ ਕਹਿ ਲਓ ਕਿ ਪ੍ਰਧਾਨ ਮੰਤਰੀ ਦੀ ਜਿਹੜੀ ਸਥਿਤੀ ਹੈ ਉਹ ਬਿਲਕੁਲ ਵੀ ਕਮਜ਼ੋਰ ਨਹੀਂ ਮੰਨੀ ਜਾ ਸਕਦੀ ਜੇਕਰ ਉਹਨਾਂ ਦੇ ਵਿੱਚ ਇੱਕ ਆਪਸੀ ਸਥਿਰਤਾ ਅਤੇ ਮਜ਼ਬੂਤ ਵਿਰੋਧੀ ਦਲ ਜੇ ਪਾਇਆ ਜਾਂਦਾ ਹੈ। ਸੋ ਸਿੱਟਾ ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਬਹੁਦਲੀ ਪ੍ਰਣਾਲੀ ਵਿੱਚ ਗੁਣ ਘੱਟ ਅਤੇ ਔਗਣ ਜ਼ਿਆਦਾ ਹਨ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਹੁਦਲੀ ਪ੍ਰਣਾਲੀ ਵਿੱਚ ਗੁਣ ਘੱਟ ਹਨ ਅਤੇ ਔਗਣ ਜ਼ਿਆਦਾ ਹਨ। ਸੰਸਦੀ ਸਰਕਾਰ ਦੇ ਲਈ ਇਹ ਪ੍ਰਣਾਲੀ ਬਿਲਕੁਲ ਵੀ ਠੀਕ ਨਹੀਂ। ਪ੍ਰਧਾਨਗੀ ਸਰਕਾਰ ਵਿੱਚ ਬਹੁਦਲੀ ਪ੍ਰਣਾਲੀ ਕਈ ਪ੍ਰਕਾਰ ਦੀਆਂ ਔਕੜਾਂ ਪੈਦਾ ਕਰ ਸਕਦੀ ਹੈ। ਸੋ ਇਹ ਸੀ ਅੱਜ ਦਾ ਆਪਣਾ ਟੌਪਿਕ। ਇਸ ਦੇ ਨਾਲ ਹੀ ਮੈਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਹਾਂ। ਧੰਨਵਾਦ। ਸਤਿ ਸ਼੍ਰੀ ਅਕਾਲ।